ਸੋ ਪ੍ਰੋਜੈਕਟਾਈਲ ਮੋਸ਼ਨ ਜਿਵੇਂ ਆਪਾਂ ਡਿਰਾਈਵ ਕੀਤਾ ਕੱਲ, ਉਹਦੇ ਵਿੱਚ ਕੁਝ ਗੱਲਾਂ ਮੈਂ ਐਡ ਕਰਦਾ ਪਹਿਲਾਂ। ਜਿਵੇਂ ਕਿ ਪ੍ਰੋਜੈਕਟਾਈਲ ਮੋਸ਼ਨ ਦੇ ਲਈ ਕੱਲ ਆਪਾਂ ਜੋ ਗੱਲ ਕਰ ਰਹੇ ਸੀ, ਆਪਾਂ ਵੈਲੋਸਿਟੀ ਐਟ ਐਨੀ ਪੁਆਇੰਟ ਕੀਤਾ ਸੀ ਨਾ, ਵੈਲੋਸਿਟੀ ਐਟ ਐਨੀ ਪੁਆਇੰਟ ਜਾਂ ਐਟ ਐਨੀ ਟਾਈਮ, or you can say at any time। ਤੇ ਇਹਦੇ ਲਈ ਆਪਾਂ ਕੀ ਕੀਤਾ ਸੀ, ਆਪਾਂ ਕਹੇ ਜਿਹੜੀ ਵੈਲੋਸਿਟੀ ਦਾ x ਕੰਪੋਨੈਂਟ ਹੈ ਹਰ ਜਗ੍ਹਾ ਤੇ, ਉਹਨੂੰ ਮੈਂ ਹਮੇਸ਼ਾ u cos ਥੀਟਾ ਲਿਆ ਸੀ ਨਾ, ਕਿਉਂਕਿ ਉਹ ਹਮੇਸ਼ਾ ਕਾਂਸਟੈਂਟ ਰਹਿੰਦਾ ਹੈ। ਤੇ ਜੋ ਵੈਲੋਸਿਟੀ ਦਾ y ਕੰਪੋਨੈਂਟ ਹੈ ਉਹ ਆਪਣਾ ਕੀ ਆਇਆ ਸੀ, ਉਹਦੇ ਲਈ ਆਪਾਂ ਕੀ ਕੀਤਾ ਸੀ, ਇਨੀਸ਼ੀਅਲ ਵੈਲੋਸਿਟੀ ਪਲੱਸ ਐਕਸਲਰੇਸ਼ਨ ਇਨਟੂ ਟਾਈਮ। ਸਿੰਪਲ ਜੀ ਗੱਲ ਆ ਕੰਪੋਨੈਂਟ ਆਇਆ ਸੀ ਆਪਣਾ, ਕੱਲ ਮੈਂ ਕਰਵਾਇਆ ਸੀ ਤੁਹਾਨੂੰ, u sin ਥੀਟਾ ਮਾਈਨਸ gt। ਸੋ ਇਹਦਾ ਮਤਲਬ ਜੇ ਟੋਟਲ ਵੈਲੋਸਿਟੀ ਕਿਸੇ ਟਾਈਮ t ਤੇ ਪਤਾ ਕਰਨੀ ਹੋਵੇ, ਵੈਲੋਸਿਟੀ ਇਨ ਟਰਮਸ ਆਫ ਟਾਈਮ t you can say, then that is basically vx square plus vy square। Yes sir। and that was given by this, ਤੇ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਇਹਨੂੰ ਅੱਗੇ ਸੋਲਵ ਕਰਨ ਦੇ ਹੱਕ 'ਚ ਨਹੀਂ ਹੁੰਦਾ ਵੀ ਇਹਨੂੰ ਇੱਥੋਂ ਹੀ ਚੱਕ ਕੇ ਇਹਨਾਂ ਯੂਜ਼ ਕਰ ਲਿਆ ਕਰਾਂਗੇ, ਨਿਊਮੈਰੀਕਲ 'ਚ ਆਪਾਂ ਸੋਲਵ ਕਰ ਹੀ ਲੈਂਦੇ ਆ ਫਿਰ ਅੱਗੇ, ਹੈ ਨਾ। ਇਸ ਨੂੰ ਇੱਕ ਹੋਰ ਤਰ੍ਹਾਂ ਵੀ ਦੇਖਿਆ ਜਾ ਸਕਦਾ, ਇਸੇ ਚੀਜ਼ ਨੂੰ ਕਿਸੇ ਹੋਰ ਤਰ੍ਹਾਂ ਵੀ ਦੇਖਿਆ ਜਾ ਸਕਦਾ। ਕਿਵੇਂ ਦੇਖਿਆ ਜਾ ਸਕਦਾ, ਇਹਨੂੰ ਇਹ ਦੇਖਿਆ ਜਾ ਸਕਦਾ ਕਿ ਜਦੋਂ ਤੁਸੀਂ ਕਿਸੇ ਪ੍ਰੋਜੈਕਟਾਈਲ ਨੂੰ ਫਾਇਰ ਕਰਦੇ ਹੋ ਕਿਸੇ ਵੀ ਟਾਈਮ ਤੇ, x ਐਕਸਿਸ ਮੰਨ ਲਓ, y ਐਕਸਿਸ ਮੰਨ ਲਓ, ਐਂਡ u ਵੈਲੋਸਿਟੀ ਨਾਲ ਜੋ ਫਾਇਰ ਕਰਦੇ ਹੋ, ਐਂਡ ਪ੍ਰੋਜੈਕਟਾਈਲ ਜਦੋਂ ਇਸ ਤਰ੍ਹਾਂ ਗਿਰਦਾ ਹੈ ਤਾਂ ਕਿਸੇ ਮੋਮੈਂਟ ਤੇ ਉਹਦੀ ਜੋ ਪੋਜੀਸ਼ਨ ਹੁੰਦੀ ਹੈ xy ਅਗਰ ਪੁਆਇੰਟ ਹੈ ਮੰਨ ਲਓ ਇਧਰ, ਤਾਂ ਤੁਸੀਂ ਦੇਖੋ ਉਹਦੀ ਜਿਹੜੀ ਪੋਜੀਸ਼ਨ ਵੈਕਟਰ ਹੋਏਗਾ ਉਹਦਾ r ਵੈਕਟਰ, ਉਹ ਕੀ ਹੁੰਦਾ ਹੈ, xi ਕੈਪ ਪਲੱਸ y j ਕੈਪ। ਤਾਂ ਫਿਰ ਜਿਹੜੀ ਵੈਲੋਸਿਟੀ, ਓਵਰਆਲ ਵੈਲੋਸਿਟੀ ਜੇ ਕਿਸੇ ਮੋਮੈਂਟ ਤੇ ਪਤਾ ਕਰਨੀ ਹੈ, dr by dt ਵੈਕਟਰ ਫਾਰਮ ਦਿਖਾਇਆ ਜਾਂਦਾ, ਉਹ ਬਣ ਜਾਏਗੀ dx by i cap dy by dt j cap। Basically from these derivatives of the x component and y component you can again get the same velocity x component and velocity y component। ठीक है, किस तरह, ਹੁਣ ਇਹਦੇ ਲਈ ਦੇਖੋ ਤੁਹਾਨੂੰ ਇਹ ਮੈਂ ਪਹਿਲਾਂ ਹੀ ਕਰਵਾ ਚੁੱਕਾ ਗੱਲ, x ਤੇ y ਕੀ ਹੁੰਦੇ ਨੇ ਤੁਹਾਨੂੰ ਪਤਾ। ਕਿਸੇ ਵੀ ਮੋਮੈਂਟ ਤੇ ਇੱਥੇ ਜੋ x ਹੁੰਦਾ ਆ, x is basically this distance, and at any time t this x will be given by u cos theta multiplied by t। ट्रैजेक्टरी कैलकुलेट करते हुए कितना सी ਆਪਾਂ ਇਹ ਕੰਮ, है ना, क्योंकि ये यूनिफॉर्म मोशन ਹੁੰਦਾ है नंबर 1। एंड ਤੁਹਾਨੂੰ ਪਤਾ ਹੈ ਕਿ ਇੱਥੇ u ਜੋ ਹੈ ਉਹ ਗਿਵਨ ਹੈ ਪਹਿਲਾਂ, ਸੋ u is a given constant मैग्नीट्यूड, u कांस्टेंट का मतलब है u ਦਾ मैग्नीट्यूड कांस्टेंट है, थीटा की है वो भी कांस्टेंट है क्योंकि वो तो एक बार प्रोजेक्ट करता जिन्ने एंगल ते करता तो उस एंगल ऑफ प्रोजेक्शन के अकॉर्डिंग आप सारी जी अगे की कहानी चला रहे हैं। तो जे मैं इतों y की गल करा तो y जो होंदा है दैट इज दिस डिस्टेंस, एंड दिस डिस्टेंस y is basically ut plus half at square, so u sin theta into t then minus half g t square। ਤੇ ਅਗਰ ਮੈਂ ਇੱਥੋਂ ਕੈਲਕੂਲੇਟ ਕਰਨਾ ਚਾਹਾਂ ਵੈਲੋਸਿਟੀ ਦੇ ਕੰਪੋਨੈਂਟਸ, ਦੈਨ ਵੈਲੋਸਿਟੀ ਕੰਪੋਨੈਂਟ ਡੈਰੀਵੇਟਿਵਸ ਤੋਂ ਵੀ ਆ ਸਕਦੇ ਨੇ। ਤੇ ਜੇ ਮੈਂ dx by dt ਕਰੂੰਗਾ ਤਾਂ that will be basically u cos theta only, because ਇਹ ਤਾਂ ਕਾਂਸਟੈਂਟ ਹੈ ਤੇ t ਤਾਂ ਵੇਰੀਏਬਲ ਹੈ। ਜਿਵੇਂ ਹੁਣ 4t ਹੁੰਦਾ, ਮੰਨ ਲਓ x 4t ਹੁੰਦਾ ਤਾਂ ਡੈਰੀਵੇਟਿਵ dx by dt ਕੀ ਆਣਾ ਸੀ ਵੈਭਵ, 4 ਆਣਾ ਸੀ ਨਾ। ਤਾਂ ਇਸ ਤਰ੍ਹਾਂ ਆ ਕਾਂਸਟੈਂਟ ਹੈ, ਪੂਰਾ ਨੰਬਰ ਆ ਵਾਲਾ ਕਾਂਸਟੈਂਟ ਹੈ, ਤਾਂ ਇਹਨੂੰ ਤਾਂ ਇਹ ਛੱਡ ਦੂੰਗਾ ਮੈਂ। ਜਦੋਂ dy by dt ਕਰੂੰਗਾ ਤਾਂ ਇੱਥੇ t ਹੀ ਵੇਰੀਏਬਲ ਹੈ ਤੇ u sin theta ਕਾਂਸਟੈਂਟ ਐਸਾ ਆ ਜਾਏਗਾ ਮਾਈਨਸ ਹਾਫ g t ਸਕੁਅਰ ਦਾ 2t, 2 से 2 कैंसिल, u sin theta minus gt, and that was in the previous page, है ना। आ देखो सेम आई आ गया ना। yes। सो ਜਿਹੜਾ ਸਵਾਲ ਆ, ਹੁਣ ਜਿਹੜਾ ਸਵਾਲ ਹੈ ਮੈਂ ਇੱਕ ਵਾਰ ਡਿਸਕਸ ਕਰਦਾ ਉਹਦਾ ਸੋਲੂਸ਼ਨ। ਪਹਿਲਾਂ ਮੈਂ ਸਵਾਲ ਲਿਖ ਦਵਾਂ ਇੱਥੇ, ਜਿਹੜਾ ਸਵਾਲ ਹੈ ਇਸ ਤੋਂ ਬਾਅਦ ਮੈਂ ਉਹ ਤੇ ਆਣਾ ਤਨਿਸ਼ ਦੇ ਸਵਾਲ ਤੇ। ਤਨਿਸ਼ ਹੈਗਾ ਨਾ ਆਨਲਾਈਨ, ਆ ਗਿਆ ਤਨਿਸ਼? यस सर। ਸੋ ਮੈਂ ਡਿਸਕਸ ਕਰਦਾ ਹੁਣੇ ਇਸ ਤੋਂ ਬਾਅਦ, ਠੀਕ ਹੈ। ਕੁਐਸਚਨ ਹੈਗਾ
A particle moves along the parabolic path. A particle moves along the parabolic path. Y is equal to ax square. So that is the a key given है मैंने आ दस भाई वैभव. What is this? Y is equal to x. What is this equation? Equation of trajectory. हाँ, equation of trajectory है क्योंकि Yes, sir. relation given है. In such a way that the x component of velocity remains constant, and obviously अपने projectile के केस में इस तरह होता है ना, एक component constant रहता है, remains Yes, constant से कितना c रहता है, x component of velocity है. Then the acceleration of the particle is a part given है अपन a c k cap and b part given है अपन 2 a c square j cap, c given है 2 a c cube k cap and d है a square c j cap. सॉल्यूशन बहुत ईजी है ਇਹਦਾ ਸੋਲੂਸ਼ਨ, बस गल ਇਹ ਹੈ ਕਿ ਤੁਹਾਨੂੰ ਡੈਰੀਵੇਟਿਵ ਕਰਦੇ ਹੋਏ ਕੁਝ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ. ਜਿਵੇਂ ਕਿ ਮੈਂ ਇੱਥੇ ਦੱਸਦਾ ਹਾਂ ਕਿ ਜਿਵੇਂ ਮੈਂ ਤੁਹਾਨੂੰ ਜਦੋਂ ਪੁੱਟ ਕਰਨਾ z equal to put z equal to ਲਿਖਦੇ ਨੇ, but z equal to 2x square ਤਾਂ ਆਪਾਂ ਕੀ ਲਿਖਦੇ ਹਾਂ dz can be written as 2 to the 4x into dx ਲਿਖਦੇ ਆ ਨਾ ਆਪਾਂ. yes sir. मैं सिर्फ ਤੁਹਾਨੂੰ फिर से पहला डेरिवेटिव का ये रूल बेसिक जिहा दस दवां सो दैट कि इसनु काम कर सका अगले पेज ते दस के वापस इस पेज ते आना. मैं देखो सारे जने समझो चंगी तरह डेरिवेटिव के बारे कि अगर y कोई फंक्शन होवे जिसनु x दी फॉर्म च गिवन होवे, मान लो फॉर एग्जांपल y = x क्यूब, ਤਾਂ ਤੁਹਾਨੂੰ ਪਤਾ ਹੈ ਕਿ ਲਿਖਣ ਨੂੰ ਤੁਸੀਂ ਜੋ ਡੈਰੀਵੇਟਿਵ ਲਿਖਦੇ ਹੋ ਵਿਦ ਰਿਸਪੈਕਟ ਟੂ x ਕਿਉਂਕਿ ਜਿਸ ਵਿੱਚ ਇਹ ਵੇਰੀਏਬਲ ਹੈ ਤਾਂ ਲਿਖਦੇ ਹੋ ਤੁਸੀਂ 3 ਟਾਈਮਸ x². ਤੇ ਇਸ ਨੂੰ ਆਪਾਂ ਜੇ ਇਸ ਤਰ੍ਹਾਂ ਨਾ ਲਿਖਦੇ ਹੋਏ ਇੰਟੈਗਰਲ ਚ ਕਿਵੇਂ ਯੂਜ਼ ਕਰਦੇ ਆ, ਆਪਾਂ ਸਿੱਧਾ ਹੀ ਲਿਖਦੇ ਆ dy = 3x² ਪਾ ਕੇ ਜੋ ਵਿਦ ਰਿਸਪੈਕਟ ਟੂ x ਹੀ ਕੀਤਾ ਤੇ ਨਾਲ dx ਲਾ ਦਿੰਦੇ ਆ. ਸੋ ਇਸ ਚੀਜ਼ ਨੂੰ ਐ ਲਿਖ ਦਿੰਦੇ ਆ ਆਪਾਂ ਜਦੋਂ ਆਪਾਂ ਇੰਟੀਗ੍ਰੇਸ਼ਨ ਵਰਤਦੇ ਆ. ਇੰਟੀਗ੍ਰੇਟ ਕਿਉਂਕਿ ਆਪਾਂ ਇੰਟੀਗ੍ਰੇਸ਼ਨ ਨਾ ਡਿਵਾਈਡ ਨਾਲੋਂ ਆਪਾਂ ਮਲਟੀਪਲਾਈ ਕਰਨਾ ਦਾ, ਇਸ ਕੰਪੋਨੈਂਟ ਨੂੰ ਦੂਜੇ ਚ ਕਨਵਰਟ ਕਰਨਾ ਹੁੰਦਾ ਬਸ. ਤੇ ਹੁਣ ਮੰਨ ਲਵੋ ਕਿ x ਤੇ y ਜਿਹੜੇ ਨੇ ਉਹ ਕਿਸੇ ਹੋਰ ਪੈਰਾਮੀਟਰ ਚ ਗਿਵਨ ਹੋਣ. ਹੁਣ ਇੱਥੇ ਆਪਣੇ ਕੋਲ x ਤੇ y ਕਿਸੇ ਹੋਰ ਪੈਰਾਮੀਟਰ ਚ ਗਿਵਨ ਹੋਣ. ਮੰਨ ਲਓ ਪੈਰਾਮੀਟਰ ਕੈਨ ਬੀ ਐਨੀਥਿੰਗ. ਮੰਨ ਲਓ y is a function of time and x is also a function of time where t can be time here in this case or it can be theta also, it can be anything. ਤਾਂ ਆਪਾਂ ਇਹਨਾਂ ਦੇ ਡੈਰੀਵੇਟਿਵ ਨੂੰ ਆਪਾਂ ਇੱਥੇ ਇਸ ਇਕੁਏਸ਼ਨ ਚ ਕਿਵੇਂ ਫਿਟ ਕਰਦੇ ਆ, dy by dt is equal to 3x² by dt, दोनों पासे dt ਨਾਲ ਡਿਵਾਈਡ ਕਰਦੇ ਨੇ. ਤੇ ਇਹਦੇ ਨਾਲ ਇਹਨਾਂ ਦੇ ਡੈਰੀਵੇਟਿਵਸ ਦੇ ਵਿੱਚ ਰਿਲੇਸ਼ਨ ਆ ਜਾਂਦਾ ਸਾਨੂੰ in terms of that parameter. ਸੋ ਇਹਦਾ ਮਤਲਬ ਕੀ ਹੈ ਕਿ ਅਗਰ ਕਿਸੇ ਇਕੁਏਸ਼ਨ ਨੂੰ ਨੰਬਰ 1 y = x³ ਹੈ, अगर मैं डेरिवेटिव ही फाइंड करना था dy by dx की बन जाता 3x² सिंपली. अगर मैं इंटीग्रल ਦੇ ਵਿੱਚ ਇਹਨੂੰ ਪੁੱਟ ਕਰਕੇ ਕਿਸੇ ਹੋਰ एलिमेंट ਚ ਲੈ ਕੇ ਜਾਣਾ ਚਾਹਨਾ ਹੈ ਤਾਂ ਇਸੇ ਚੀਜ਼ ਨੂੰ ਆਪਾਂ ਲਿਖ ਦਿੰਦੇ ਆ dy is 3x² into dx. yes and ਅਗਰ ਇਹਨਾਂ ਦਾ ਕੋਈ ਕਾਮਨ ਇੱਕ ਪੈਰਾਮੀਟਰ ਹੋਵੇ ਜਿਸ ਚ x ਤੇ y ਦੋਨਾਂ ਨੂੰ ਐਕਸਪ੍ਰੈਸ ਕੀਤਾ ਜਾ ਸਕਦਾ ਹੋਵੇ, ਦੈਨ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਲਿਖ ਸਕਦੇ ਆ दोनों साइड t ਨਾਲ dt ਨਾਲ ਡਿਵਾਈਡ ਕਰਕੇ. ਤੇ ਆਪਣੇ ਕੋਲ ਆਹ ਵਾਲੀ ਸਿਚੁਏਸ਼ਨ ਆਂਦੀ ਹੈ ਪ੍ਰੋਜੈਕਟਾਈਲ ਮੋਸ਼ਨ ਚ ਸਭ ਤੋਂ ਜ਼ਿਆਦਾ, ਕਿਉਂਕਿ ਇੱਥੇ x ਕੰਪੋਨੈਂਟ ਵੀ ਟਾਈਮ ਨਾਲ ਚੇਂਜ ਕਰ ਰਿਹਾ ਹੁੰਦਾ ਤੇ y ਕੰਪੋਨੈਂਟ ਵੀ they are not directly, ਮਤਲਬ ਆਪਾਂ ਇਹ ਵੀ ਸ਼ੋ ਕਰ ਰਹੇ ਕਿ ਉਹ ਇੱਕ ਦੂਜੇ ਨਾਲ ਚੇਂਜ ਕਰ ਰਹੇ.
एक दूजे नाल चेंज करता रहे ने ਉਹਨੂੰ ਤਾਂ ਆਪਾਂ ਇਕੁਏਸ਼ਨ ਆਫ ਟ੍ਰੈਜੈਕਟਰੀ ਕਹਿ ਹੀ ਰਹੇ ਹਾਂ। ਸੋ ਆ ਚੀਜ਼ ਨੂੰ ਯੂਜ਼ ਕਰਦੇ ਆ, ਜਦੋਂ ਇਹਨੂੰ ਯੂਜ਼ ਕਰਦੇ ਆ ਤਾਂ ਸਾਡੇ ਕੋਲ ਕੀ ਹੁੰਦਾ ਦੇਖੋ ਹੁਣ ਇਹ ਦੇਖੋ y ਤੁਹਾਡਾ ਪਤਾ ਕਿੰਨਾ ax² ਹੈ ਤੇ ਤੁਹਾਨੂੰ ਪਤਾ x ਕੰਪੋਨੈਂਟ ਜੋ ਹੈ dx/dt ਜੋ x ਕੰਪੋਨੈਂਟ ਆਫ velocity that is vx that is dx/dt always and that is c here. And because this is x component, so if you can write, if you want to write this vx as a vector, then you can write this c times I cap. I can. ठीक है जी गल? Yes, sir. And अगर मैं लिखना चाहता acceleration of the x component, then that will be obviously derivative of the vx. जिਵੇਂ acceleration dv/dt ਹੁੰਦੀ ਹੈ ਤਾਂ Yes, sir. acceleration ਇੱਥੋਂ ਆਏਗੀ ਤੇ अगर vx ਤੁਹਾਡਾ constant ਹੈ ਤਾਂ ਉਹਦਾ derivative ਕੀ ਰਹੇਗਾ? 0. It means towards x-axis there is no acceleration at all. But अगर y component ਨੂੰ relate ਕਰਾਂ ਇਹਦੇ ਨਾਲ ਤਾਂ ਇੱਥੋਂ ਕੀ ਬਣੇਗਾ? dy/dt equal to a into 2x into dx/dt. And this is y component of velocity. So for giving it a direction, you know that it will be in the direction of j cap. So basically you have to be confused about these two only. K cap तो हो ही नहीं सकता जी, j cap j cap Yes, sir. कदों की होएगा वो बाद ਦੀਆਂ ਗੱਲਾਂ ਨੇ ਉਹ ਆਪਣੇ ਰੋਟੇਸ਼ਨਲ ਮੋਸ਼ਨ ਜਾਂਦਾ ਹੈ ਕਿ ਆਪਾਂ ਇਹ ਵੀ ਚੀਜ਼ਾਂ ਧਿਆਨ ਦਿੰਨੇ ਆ ਉੱਥੇ ਕੁਝ ਜਗ੍ਹਾਵਾਂ ਤੇ, ਪਰ ਇੱਥੇ ਤਾਂ ਇਦਾਂ ਦੀ ਕੋਈ ਗੱਲ ਨਹੀਂ, ਪਲੇਨ 'ਚ ਮੋਸ਼ਨ ਹੋ ਰਿਹਾ, ਪਲੇਨ 'ਚ ਵੈਲੋਸਿਟੀ ਹੈ। ਸੋ ਹੇਅਰ ਦਿਸ ਇਜ਼ ਦ x ਕੰਪੋਨੈਂਟ ਐਂਡ अगर मैं इसको dy/dt ही लिखना है, देखो वेक्टर तुम गलतियां बहुत करते हो लिख रहे हैं, इसलिए मैं तुम्हें दिखा रहा है कि मैं सिर्फ मैग्नीट्यूड की गल कर रहा थी। सो मैं मैग्नीट्यूड लिखूंगा vy जो होएगा मेरा होएगा a into 2x and this is c. सो अगर मैं इसे चीज नु एक्सेलरेशन ले जावां इथों ही, एक्सेलरेशन ऑफ y कंपोनेंट क्या आएगा? dvy/dt and then there will be 2ac the constant ये नाल आ जाएगा dx/dt and dx/dt is again c, so basically it will be 2ac². This will be the acceleration of x component and this is the acceleration of y component. So total acceleration ਜਿਹੜੀ ਤੁਹਾਡੀ ਆਏਗੀ ਉਹ ਕਿਹਦੇ ਬਰਾਬਰ ਆਏਗੀ? ਕਿਤੇ ਲਿਖ ਦੇਣਾ ਮੈਂ acceleration the x component, acceleration the y component. So that will be 0 plus 2ac square under root ਤੇ ਇਹਦੇ ਵਿੱਚ ਆ ਜਾਏਗਾ 2ac square ਆ ਜਾਏਗਾ obviously। देखना होता है j cap की कैप, ਤੁਹਾਨੂੰ ਪਤਾ y component फाइंड करना है, j cap एक्सेलरेशन टोटल कंपोनेंट था वो j cap ही आएगा ना, क्योंकि एक्सेलरेशन ਦਾ x कंपोनेंट ਤਾਂ ਹੈ ਹੀ ਕੋਈ ਨਹੀਂ, Yes. y कंपोनेंट ही है। तो ਆਪਾਂ ਇਹਨੂੰ ਐ ਵੀ ਲੈ ਕੇ ਚੱਲ ਸਕਦੇ ਆ ਜਾਂ Yes. y ਨੂੰ ਅਗਰ ਤੁਸੀਂ ਲਿਖੋਗੇ in terms of component then that will be j here and that j will be carried with this. Yes. ठीक है ना? Thank you, sir. Yes, sir. now आयो तनिष्क वाले सवाल ते। इतना ਦੇ ਇੱਕ ਅੱਧੇ ਕੁਐਸਚਨ ਜਾਂ ਦੋ ਕੁਐਸਚਨ ਨੂੰ ਡਿਸਕਸ ਕਰਨ ਨਾਲ ਕੀ ਹੁੰਦਾ ਆ, ਇਹ ਮੈਂ ਇਸ ਲਈ ਨਾ ਟਾਈਮ ਲਗਾ ਕੇ ਕਰਦਾ ਵਾਂ ਕਿ ਇਹਦੇ ਨਾਲ ਤੁਸੀਂ ਆਈਡੀਆ ਕੈਪਚਰ ਕਰਿਆ ਕਰੋ ਕਿ ਇਹਦੇ ਨਾਲ ਤੁਸੀਂ ਕਿਸ ਚੀਜ਼ ਨੂੰ ਸਿੱਖਿਆ ਕਰੋ ਕਿ ਉਹ ਕੀ ਸਿੱਖਿਆ ਇੱਥੋਂ ਆਪਾਂ ਜਾਂ ਹੋਰ ਕਿਸੇ ਵੀ ਕੁਐਸਚਨ 'ਚ ਆਪਾਂ ਯੂਜ਼ ਕਰ ਸਕਦੇ ਹੋਈਏ। ਇਹ ਇੱਕ ਕੁਐਸਚਨ ਨਹੀਂ ਹੁੰਦਾ, ਇੱਕ ਕੁਐਸਚਨ ਵਰਗੇ ਕਿੰਨੇ ਕੁਐਸਚਨ ਫਿਰ ਇਹਦੇ ਵਿੱਚ ਸਮਾਏ ਹੁੰਦੇ ਨੇ। ਆਹ ਸਵਾਲ ਹੈ ਜੀ ਜਿਹਦਾ ਇੱਕ ਮਿੰਟ ਮੈਂ ਇਹਨੂੰ ਨਾ ਥੋੜਾ ਪਹਿਲਾਂ ਸੈੱਟ ਜਿਹਾ ਕਰ ਲਵਾਂ ਸਹੀ ਤਰ੍ਹਾਂ। Hello ji. Here is the question and question हैगा ए बहुत ध्यान नाल पहला क्वेश्चन ਨੂੰ पढ़ लिया जावे।
A clever monkey. वैसे तो कला monkey कह दिंदे तो सर जांदा सी, सारे clever ही हुंदे आ। Escapes from the zoo. So zoo तो escape कर गया एक clever monkey, ठीक है जी, बांदर भज गया चिड़ियाघर तो। ते zookeeper finds him in a tree. zookeeper ਜਿਹੜਾ ਹੁਣ ਉਹਦੇ ਪਿੱਛੇ ਪਿੱਛੇ ਭੱਜਿਆ, ਉਹਨੇ ਦੇਖਿਆ ਉਹ ਤਾਂ ਪੇੜ ਤੇ ਬੈਠਾ ਆਇਆ ਵਾ। ਹੁਣ after failing to entice the monkey, entice ਮੇਰੇ ਖਿਆਲ ਨਾਲ ਇਹਦਾ ਮੈਂ ਨਾ ਐਂ ਅੰਦਾਜ਼ੇ ਨਾਲ ਮਤਲਬ ਸਮਝ ਲਿਆ, entice ਸ਼ਾਇਦ ਇਹ ਵੀ ਨਹੀਂ ਫੜ ਸਕਿਆ ਜਾਂ ਨਹੀਂ ਉਹਨੂੰ ਕਾਬੂ ਕਰ ਸਕਿਆ, ਇਹ ਜਾਂ ਕੁਝ ਹੋਣਾ। entice ਹੈ बहलाना सर। अच्छा अच्छा बहलाना, हाँ एंटरटेनमेंट तो एंटाइस कर लेना उन्होंने शब्द कि ਉਹਨੂੰ बहलाना आया, ਉਹਦਾ ਧਿਆਨ ਖਿੱਚਣਾ। ਚਲੋ ਜੋ ਵੀ ਹੈ, मैं आप अंग्रेजी इन्नी नहीं जानता, जिन्नी की बरती जाती उन्हें पता लग जाती है। So after failing to entice the monkey, the zookeeper shoots a dart. Dart की है अभी बेहोश करके सर, क्योंकि मारना तो नहीं हो चाहता होगा उन्होंने। डार्ट मतलब कोई बेहोश करने वाला छोटा सा। अच्छा बेहोश करने वाला कुछ, हाँ, ताकि वो काबू आ सके। एंड द क्लेवर मंकी, हुण ऑब्वियसली हुण आ इत्थे बैठा बांदर, ਇੱਥੇ ਬੈਠਾ ਬਾਂਦਰ ਪੇੜ ਤੇ, ਆ ਇੱਥੇ ਬੈਠਾ ਜਿਹੜਾ ਉਹਨੂੰ ਡਾਰਟ ਮਾਰਨਾ ਚਾਹੁੰਦਾ ਆ। ਤੇ ਬਾਂਦਰ ਕੀ ਹੈ, ਬਾਂਦਰ ਹੁਣ ਆਬਵੀਅਸਲੀ ਉਹ ਬੈਠਾ ਥੋੜੀ ਰਹੂਗਾ ਵੀ ਆਇਆ ਆ ਜਾ ਮੈਨੂੰ ਮਾਰ, ਹਨਾ। ਬਾਂਦਰ ਉੱਥੋਂ ਨਾਲ ਇਹਨੇ ਬਾਂਦਰ ਵੱਲ ਦੇਖ ਕੇ ਫਾਇਰ ਕੀਤਾ ਬਸ, ਠੀਕ ਹੈ ਨਾ। ਉਹਨੇ ਸਿੱਧੇ ਬਾਂਦਰ ਵੱਲ ਦੇਖ ਕੇ ਫਾਇਰ ਕੀਤਾ ਤੇ ਬਾਂਦਰ ਨੇ ਨਾਲ ਹੀ ਛਾਲ ਮਾਰਤੀ, ਜਿਵੇਂ ਇਹਨੇ ਸ਼ੂਟ ਕੀਤਾ ਫਾਇਰ ਕੀਤਾ ਨਾਲ ਹੀ ਉਹਨੇ ਛਾਲ ਮਾਰਤੀ ਨੀਚੇ ਨੂੰ, ਗਿਰਨ ਲੱਗ ਗਿਆ ਉਹ। The clever monkey lets go at the same instant the dart leaves the gun barrel. So intending to land on the ground and escape, ताकि ਉਹ ਚਾਹੁੰਦਾ ਹੈ ਬਾਂਦਰ ਕੀ ਵਿੱਚ ਮੈਂ ਗਰਾਊਂਡ ਤੇ ਛਾਲ ਮਾਰ ਦਵਾਂ ਤੇ escape ਮਤਲਬ ਫਿਰ ਬਚ ਕੇ ਭੱਜ ਜਾਵਾਂ। Show that the dart always hits the monkey. Show that ਅਸੀਂ show ਕਰੀਏ ਕਿ ਇਹ ਜਿਹੜਾ ਡਾਰਟ ਹੈ ਜਿਹੜਾ ਇਹਨੇ ਮਾਰਿਆ ਇੱਥੋਂ, it always hits the monkey regardless of the dart's muzzle velocity. ਵੀ ਡਾਰਟ ਨੇ ਇੱਥੇ ਕਿੰਨੀ velocity ਨਾਲ ਇਹਨੂੰ ਮਾਰਿਆ ਹੈ, ਮਤਲਬ ਆ ਦੀ ਇਸ ਡਾਇਰੈਕਸ਼ਨ ਜਿਹੜੀ velocity ਹੈ ਉਹ u ਜਿਹਨੂੰ ਕਹਿੰਦੇ ਆਪਾਂ, ਉਹਦਾ ਮੈਗਨੀਟਿਊਡ ਜਿੰਨਾ ਮਰਜ਼ੀ ਹੋਵੇ ਕਹਿਣ ਦਾ ਭਾਵ ਹੈ, ਪਰ ਉਹ ਉਸ ਨੂੰ ਜਾ ਕੇ ਲੱਗੇਗਾ ਹੀ ਲੱਗੇਗਾ, ਬਾਂਦਰ ਬਚਦਾ ਨਹੀਂ, ਮਤਲਬ ਬਚਦਾ ਨਹੀਂ ਇਨ ਦਾ ਸੈਂਸ ਵੀ ਉਹਨੂੰ ਬੇਹੋਸ਼ੀ ਵਾਲਾ ਟੀਕਾ ਲੱਗ ਜਾਏ, ਜੋ ਵੀ ਜੋ ਦੱਸ ਰਿਹਾ ਹੋਇਆ। ਸਵਾਲ ਸਮਝ ਆਣਾ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਪਹਿਲਾਂ, ਕਿ ਦੱਸੋ ਤੁਹਾਨੂੰ ਸਵਾਲ ਸਮਝ ਆ ਗਿਆ ਸਾਰਿਆਂ ਨੂੰ, ਸਿਚੁਏਸ਼ਨ ਸਮਝ ਆ ਗਈ, ਜੇ ਨਹੀਂ ਸਮਝ ਆਈ ਤਾਂ ਪਹਿਲਾਂ ਇੱਥੇ ਗੱਲ ਕਰ ਲੈਂਦਾ ਹਾਂ, ਹੱਥ ਖੜਾ ਕਰੋ ਜਿਹਨੂੰ ਸਵਾਲ ਸਮਝ ਨਹੀਂ ਆਇਆ। ਉਹ ਕਹਿ ਰਹੇ ਨੇ ਤੁਸੀਂ ਸਾਬਿਤ ਕਰਕੇ ਦਿਖਾਓ ਕਿ ਉਹ ਲੱਗੇਗਾ ਹੀ ਲੱਗੇਗਾ, ਉਹਦੇ ਜਾ ਕੇ ਚਾਹੇ ਬਾਂਦਰ ਥੱਲੇ ਗਿਰ ਰਿਹਾ ਤਾਂ ਵੀ ਲੱਗੇਗਾ। ਕਿਸੇ ਨੂੰ ਸਵਾਲ ਸਮਝ ਨਾ ਆਇਆ ਤੇ ਸਵਾਲ ਮੈਂ ਇੱਕ ਵਾਰ ਫਿਰ ਡਿਸਕਸ ਕਰ ਦਿੰਦਾ, ਹੱਥ ਖੜਾ ਕਰ ਲਓ, नहीं तो मैं डिस्कस करना शुरू करा। चलो हाँ जी पारस, हाँ जी पारस बोलो अपना क्वेश्चन, ये नहीं पता लग गया। पारस तेरी आवाज नहीं आ रही, हैंड रेज होया है तेरा पर आवाज नहीं आ रही। किसी ਨੂੰ ਆਵਾਜ਼ ਆ ਰਹੀ ਪਾਰਸ ਦੀ? नो सर। नो सर। सर मैं तो लगता पारस लीव कर गया, नहीं हैगा मैं थी। पारस हैंड रेज करके दोबारा बोल लो, क्वेश्चन रिपीट करता, ठीक है। अच्छा मैसेज आ गया। सो क्वेश्चन देखो पारस, यही क्वेश्चन है, वो कह रहे हैं क्वेश्चन ये है कि इत्थे एक मैं इत्थे पैरल दस रहा, इत्थे बंदा है जितों उन्हें गन विचों एक बैरल फायर करना है, डार्ट फायर करना है जो भी है, तो इत्थे बंदर बैठा है इत्थे मॉन्की, एंड वो मॉन्की दे वल नूं फायर करता है।
ਤੇ ਮੌਂਕੀ ਜਿਹੜਾ ਆ ਆਪਣਾ ਗਰਾਊਂਡ ਹੈ, ਦਿਸ ਇਜ਼ ਦਾ ਗਰਾਊਂਡ ਲੈਵਲ, ਐਂਡ ਮੌਂਕੀ इत्थों छाल मार दिंदा है नाल ही, जिवें ही उहनूं डार्ट दा पता लगदा मौंकी छाल मारदा तां इत्थों मौंकी गिरना शुरू हो जांदा नीचे नूं। ते जिहड़ा डार्ट इहने मारिया इधरों, ये डार्ट अपने आप च देखो प्रोजैक्टाइल मोशन है कि नहीं, क्योंकि डार्ट नूं फायर करेगा तां डार्ट ने वैसे भी सीधा नहीं सी जाना कि सीधा जाके मौंकी दे वजना सी उहने, क्योंकि यह की है प्रोजैक्टाइल है। प्रोजैक्टाइल ने की करना होंदा, ऐ अपना मोशन ऐ पाथ लेना होंदा ना, तो कहते रिगार्डलैस ऑफ इट्स वेलोसिटी, वेलोसिटी जो मर्जी होवे तो जिथों मर्जी खड़ के फायर कर दे, इतों अगों पिछों थोड़ा ये वो मौंकी वाल करके फायर कर दे, तो वह जो आड है जाके मौंकी दे वजेगा ही वजेगा। कहने भाव है कि मौंकी जे किसी टाइम बाद इत्थे भी पहुंच गया गिर के इस जगह ते इत्थे, ਤਾਂ ਉਹ ਡਾਰਟ ਵੀ ਉਸ ਟਾਈਮ ਤੇ ਉੱਥੇ ਹੀ ਪਹੁੰਚਿਆ ਹੋਏਗਾ ਤੇ ਉਹ ਵੱਜੇਗਾ ਮੌਂਕੀ ਦੇ। ਜੇ ਮੌਂਕੀ ਇੱਥੇ ਪਹੁੰਚ ਗਿਆ ਹੋਇਆ ਤਾਂ ਡਾਰਟ ਵੀ ਉੱਥੇ ਹੀ ਪਹੁੰਚਿਆ ਹੋਏਗਾ ਤੇ ਉਹਦੇ ਵੱਜ ਜਾਏਗਾ। ਜੇ ਮੌਂਕੀ ਇੱਥੇ ਪਹੁੰਚਿਆ ਹੋਇਆ ਤਾਂ ਡਾਰਟ ਵੀ ਉਹਦੇ ਆ ਕੇ ਇੱਥੇ ਵੱਜੇਗਾ, ਰਿਗਾਰਡਲੈਸ ਆਫ ਦਾ ਵੈਲੋਸਿਟੀ ਆਫ ਦਾ ਗਨ ਦਾ ਜੋ ਵੀ ਕਿਹੜੀ ਕਹਿੰਦੇ ਮਜ਼ਲ ਵੈਲੋਸਿਟੀ, कि मतलब इस गल ते कोई डिपेंड नहीं करता कि उहदी गन दी वेलोसिटी कितनी है, बस वो जाके उहदे वजेगा जरूर। ठीक है, सो बड़ा थ्योरेटिकल टाइप है वो बन गया कि इहनूं पर आइडिया नूं डिवेलप करना है। हुण आइडिया नूं डिवेलप करन दे लई कुछ गल्लां जिहड़ियां हुंदियां ने आपां नूं फिट करनियां पैंदियां ने, जिथों आपां प्रस्थान करदे हां या समझो शुरुआत करदे हां कुछ भी करन दी। शुरुआत करन तो पहलां कुछ खास गल्लां तां समझ ही लो, एक गल तां कुछ फिक्स कर ही दवो। पहली गल तां इत्थे जिहड़ा बंदा है ते जू वाला बंदा खड़ा है इत्थे, ओह मौंकी दे जिथे जिहड़े पेड़ ते चढ़िया होया उतों हॉरिजॉन्टली किसी ना किसी डिस्टेंस ते तां होऊगा ना पहलां तां, ते ओह जिहड़ा हॉरिजॉन्टल जिन्ने डिस्टेंस ते होऊगा उसनूं आपां कह दिंदे आ हॉरिजॉन्टल डिस्टेंस नूं आर कह दिंदे आपां, ਉਹੀ कह दिंदे आर, आर डिस्टेंस मान लो। ते मौंकी जिन्नी हाइट ते हैगा आ उस हाइट नूं भी कुछ तो मान लेना चाहिए ना, तो हाइट नूं तुसीं एच मान लो। ये दोनों चीज़ां तो फिक्स ने ना, जिथों खड़े होके उन्हें बंदूक नाल फायर करना है मौंकी वाले पासे नूं, तो पक्की गल है ओदी पोजीशन नूं पहला मैंशन करो कि वो इत्थों आर डिस्टेंस ते है ते मौंकी एच हाइट ते बैठा होया है। ते आ जिहड़ा वेलोसिटी मान लो किहड़ी वेलोसिटी, मान लो यू वेलोसिटी नाल इधर फायर किया, यू वेलोसिटी यू वैक्टर है ऑब्वियसली उसका मैग्नीट्यूड यू है, तां ओह इस एंगल ते मान लो फायर किया थीटा ते। इस एंगल थीटा दे बारे कोई जानकारी थोनू है? यस, कांस्टेंट है सर। हाँ नहीं ऑब्वियसली कांस्टेंट तो है, पर थीटा इज नॉट गिवन टू यू 30 डिग्री और 32 डिग्री और 45. No, sir, yes. But you can always get the information from these given h and r now. But now you can get that tan theta is equal to h by r. So you can use this equation because h is given to you, r is given to you, and now you can get this theta. ठीक है ना? So I can use this equation whenever I need a theta, because by this tan theta I can get sin theta also, cos theta also, because now I can draw this. तो 10th क्लास करते सी एक जे गिवन होवे एंगल परपेंडिकुलर ते जगह एच के लिख दिंदे सी बच्चे आर के एच आर ही लिख लो, कोई फर्क नहीं पैंदा, इको गल हुंदी है रेशियो कढना बाद ए आ जांदा एच स्क्वायर प्लस आर स्क्वायर अंडर दा रूट। तां इथों आ थीटा तो हुण तुहानू tan थीटा दे नाल sin cos सब मिल जाणगे कि नहीं? यस सर, पैंदी आपां नू। सो आपां ए करदे आ, आपां हुण ए गल तां लिख के रख ले, आपां कहंदे आफ्टर टाइम t कौन किथे होएगा ये आपां देखण जा रहे हैं। हुण इत्थे जिहड़ा मोशन हो रहा, पहली गल तां जिहड़ा बहुत इंपॉर्टेंट देखने वाली जिहड़ी चीज है, जिहड़ा मोशन हो रहा, मोशन किवें? हाँ जी पीयूष पूछो, विच पूछ लो, कोई गल नहीं। हाँ जी, आवाज सारे नूं आ रही है पीयूष दी? No, No, sir. sir. No, sir. पीयूष आवाज बहुत ज्यादा वो आ रही है, कंब जी रही है आवाज।
हाँ जी, एक मिनट सर। सर मेरा क्वेश्चन है, आ रही है? हेलो हाँ जी, हाँ जी, बोलो। सर, मेरा क्वेश्चन ये है हाँ जी। कि सर जो सर थीटा ना ਵੱਡਾ ਹੋਵੇ ਕਿ ਜੋ h ਹੈ ਉਹ ਥੱਲੇ ਰਹਿ ਜੇ, ਬਸ u ਦਾ ਮੈਗਨੀਟਿਊਡ ਉਹ ਮਤਲਬ ਹੋ ਜੇ। ਨਹੀਂ ਹੁਣ ਆਪਾਂ ਜ਼ੂ ਵਾਲੇ ਬੰਦੇ ਤੇ ਨਾ ਇੰਨਾ ਕੁ ਤਾਂ ਉਹ ਕਰਕੇ ਚੱਲਾਂਗੇ ਨਾ ਕਿ ਵੀ ਹਾਂ ਉਹ ਮੰਕੀ ਨੂੰ ਏਮ ਕਰ ਪਾ ਰਿਹਾ, ਉਹਦੇ ਸਕਿੱਲ ਤੇ ਥੋੜੀ ਸਵਾਲ ਚੱਕਾਂਗੇ ਕਿ ਉਹ ਮੂਨ ਜਿੱਥੇ ਮੰਕੀ ਬੈਠਾ ਬਸ ਉਹਨੇ ਉਧਰ ਏਮ ਕਰਕੇ ਉਹਨੇ ਉਹ ਫਾਇਰ ਕਰਤਾ ਬਸ। ਉਸ ਤੋਂ ਬਾਅਦ ਹੁਣ ਉਹ ਮੰਕੀ ਨੂੰ ਉਹ ਫਾਇਰ ਕੀਤਾ ਆ ਉਹ ਜਿਹੜਾ ਜਾ ਕੇ ਵੱਜੇਗਾ ਹੀ ਵੱਜੇਗਾ, ਇਸ ਗੱਲ ਤੇ ਆਪਾਂ ਗੱਲ ਕਰ ਰਹੇ ਹਾਂ। ਠੀਕ ਹੈ ਨਾ। ਤੇ ਹਾਂਜੀ ਸਰ, ਆਪਾਂ ਠੀਕ। ਥੀਟਾ ਬਾਰੇ ਕੋਈ ਜਾਣਕਾਰੀ ਆਪਾਂ ਨੂੰ ਹੈ ਨਹੀਂ। ਆਪਾਂ ਕਿਹਾ ਮੂਨ ਦੀ ਕੋਈ ਨਾ ਕੋਈ ਹਾਈਟ ਤਾਂ ਹੋਏਗੀ ਨਾ, ਕੋਈ ਨਾ ਕੋਈ ਹੌਰੀਜ਼ੌਨਟਲ ਡਿਸਟੈਂਸ ਵੀ ਹੋਏਗਾ ਉਸ ਬੰਦੇ ਤੋਂ। ਆਪਾਂ ਉਹ ਹਾਈਟ ਤੇ ਹੌਰੀਜ਼ੌਨਟਲ ਡਿਸਟੈਂਸ ਨੂੰ ਫਿਕਸ ਕਰ ਲਿਆ, ਐਚ ਤੇ ਆਰ ਤਾਂ ਆਪਾਂ ਮੰਨ ਹੀ ਲਿਆ ਕਿ ਇਹ ਤਾਂ ਹੈਗੇ ਹੀ ਨਹੀਂ ਆਪਾਂ ਨੂੰ, ਤੇ ਆਪਾਂ ਇਹਨਾਂ ਨੂੰ ਯੂਜ਼ ਕਰਕੇ ਹੀ ਆਪਣਾ ਕੰਮ ਕਰ ਰਹੇ ਹਾਂ। ਪਰ ਇਹਨਾਂ ਦੋਨਾਂ ਤੋਂ ਸਾਨੂੰ ਇੱਕ ਜਾਣਕਾਰੀ ਹੋਰ ਮਿਲ ਗਈ ਥੀਟਾ ਦੀ ਕਿ ਟੈਨ ਥੀਟਾ ਐਚ ਬਟਾ ਆਰ ਹੈ, ਬਸ ਹੋਰ ਕੋਈ ਜਾਣਕਾਰੀ ਨਹੀਂ ਮਿਲੀ ਸਾਨੂੰ। ਹੁਣ ਬੇਸਿਕਲੀ ਹੋਣਾ ਕੀ ਹੈ, ਹਾਂਜੀ ਸਰ। ਹੋਣੀਆਂ ਦੋ ਚੀਜ਼ਾਂ ਨੇ। ਪਹਿਲੀ ਗੱਲ ਤਾਂ ਇਹ ਜਿਹੜੀ ਗੱਲ ਹੈ ਇਹ ਤਾਂ ਜਾ ਕੇ ਵੱਜੂਗਾ, ਮੈਂ ਗੋਲੀ ਉਹਨੂੰ ਲੱਗੂਗੀ ਹੀ ਲੱਗੂਗੀ। ਮੈਂ ਇਸ ਗੱਲ ਨੂੰ ਕਿਵੇਂ ਸਾਬਿਤ ਕਰਾਂਗਾ? ਮੈਂ ਇਹ ਸਾਬਿਤ ਕਰਾਂਗਾ ਕਿ ਆ ਜਿਹੜਾ ਆ ਜਿੱਥੋਂ ਬੰਦੇ ਨੇ ਫਾਇਰ ਕੀਤਾ, ਜ਼ੂ ਵਾਲੇ ਬੰਦੇ ਨੇ, ਤੇ ਉਹ ਜਦੋਂ ਫਾਇਰ ਕਰੂਗਾ ਇੱਥੋਂ ਤਾਂ ਟੀ ਟਾਈਮ ਬਾਅਦ ਜੇ ਇਸ ਫਾਇਰਡ ਬੁਲੇਟ ਦੀ ਜਿਹੜੀ ਹਾਈਟ ਹੋਊਗੀ ਉਹ ਮੰਨ ਲਓ ਜੇ y ਹੈ ਤਾਂ ਉੱਪਰੋਂ ਗਿਰ ਰਹੇ ਬਾਂਦਰ ਦੀ ਇਧਰੋਂ ਜਿਹੜਾ ਬਾਂਦਰ ਹੈ ਇੱਥੋਂ ਦੀ ਇੱਥੋਂ ਇੱਥੇ ਤੱਕ ਗਿਰਨਾ ਆ ਵੀ ਟੀ ਟਾਈਮ ਚ ਪੋਸੀਬਲ ਹੋਏਗਾ, ਤੇ ਆਹ ਇੱਥੇ ਤੱਕ ਟੀ ਟਾਈਮ ਚ ਗਨ ਆਏਗੀ ਤੇ ਤਾਂ ਹੀ ਜਾ ਕੇ ਉਹ ਵੱਜਣਗੇ ਇੱਕ ਦੂਜੇ 'ਚ। ਸੋ ਮੈਂ ਇਹ ਸਾਬਿਤ ਕਰਨ ਜਾ ਰਿਹਾ ਕਿ ਟੀ ਟਾਈਮ ਬਾਅਦ ਉਹ ਦੋਨੋਂ ਸੇਮ ਹਾਈਟ ਤੇ ਹੋਣਗੇ। ਪ੍ਰੋਜੈਕਟਾਈਲ ਨੀਚੋਂ ਉੱਪਰ ਜਾਂਦੇ ਹੋਏ ਉੱਥੇ ਹੋਏਗਾ ਤੇ ਮੌਂਕੀ ਉੱਪਰੋਂ ਨੀਚੇ ਗਿਰਦੇ ਹੋਏ ਉੱਥੇ ਉਨੀ ਹਾਈਟ ਤੇ ਹੋਏਗਾ। ਸੋ ਆ ਮੈਂ ਪਤਾ ਕਰਨ ਜਾ ਰਿਹਾ। ਠੀਕ ਹੈ ਗੱਲ? ਯੈਸ। ਸੋ ਆਪਾਂ ਇੱਥੋਂ ਗੱਲ ਕਰਦੇ ਹਾਂ। ਦੇਖੋ ਹੁਣ ਗੱਲ ਕੀ ਹੈ, ਇਹਨੂੰ ਤੁਸੀਂ ਜਿਹੜਾ ਮੇਨ ਗੱਲ ਜਿਹੜੀ ਸਮਝਣੀ ਇਹ ਹੈ ਕਿ ਜਿਹੜਾ ਮੌਂਕੀ ਦਾ ਮੋਸ਼ਨ ਹੈ, ਮੋਸ਼ਨ ਆਫ ਮੌਂਕੀ, ਉਹ ਜਸਟ ਡਾਊਨਵਰਡ ਗਿਰਨ ਦਾ ਹੈ, ਜਸਟ ਫਾਲ ਕਰ ਰਿਹਾ ਹੋ ਤਾਂ ਉਹਦੀ ਇਨੀਸ਼ੀਅਲ ਵੈਲੋਸਿਟੀ ਕੀ ਹੋਏਗੀ? ਇੱਥੇ ਮੈਂ ਦੇਖੋ ਇਨੀਸ਼ੀਅਲ ਯੂ ਨਾ ਯੂਜ਼ ਕਰਾਂ, ਜ਼ੀਰੋ ਹੋਏਗੀ। ਐਕਸਲਰੇਸ਼ਨ ਕਿੰਨੀ ਲੱਗੇਗੀ? ਜੀ 10 ਜੀ ਹੈ ਨਾ। ਯੈਸ ਤੇ ਟਾਈਮ ਮੰਨ ਲੈਂਦੇ ਹਾਂ ਟੀ ਟਾਈਮ ਚੋਂ ਫਾਲ ਕਰ ਰਿਹਾ ਉੱਥੇ ਤੱਕ ਹੈ ਨਾ, ਤੇ ਆਈ ਟੀ ਮੈਂ ਇਹ ਕਾਮਨ ਰੱਖਣਾ ਦੋਨਾਂ 'ਚ, ਇੱਧਰ ਵੀ ਤੇ ਇੱਧਰ ਵੀ। ਤੇ ਹੋਰ ਕੀ ਹੈ? ਬਸ ਹਾਈਟਸ h h-y ਹੋ ਜਾਏਗਾ। नीचे गिरन ते ना नीचे मंकी गिरन थोड़ी दे रहे हैं और रास्ते च किते लटका है, बस मैं आप पता करूंगा कितना डिस्टेंस ਜਿਹੜਾ ਫਾਲ ਕਰਦਾ ਹੈ h-y ਹੋ ਜਾਏਗਾ ਹੈ ਨਾ, ਕਿੰਨਾ ਆਇਆ ਉਹ ਬਾਅਦ ਚ ਉਹਨੂੰ h ਮਾਈਨਸ ਕਰ ਦੇਗਾ ਤਾਂ ਉੱਪਰ ਹਾਈਟ ਆ ਗਈ। ਯੈਸ ਸਰ। ਤੇ ਜਿਹੜਾ ਇੱਧਰ ਹੈਗਾ ਉਹਦਾ ਗਨ ਦਾ ਗੋਲੀ ਹੈ ਜਿਹੜੀ ਕੀ ਸੀਗਾ, ਮੈਂ ਫਿਰ ਭੁੱਲ ਜੰਨਾ ਵਾ, ਡਾਰਟ ਜਿਹੜਾ ਡਾਰਟ ਦਾ ਮੋਸ਼ਨ ਕਿ ਡਾਰਟ ਇੱਥੋਂ ਫਾਇਰ ਕੀਤਾ ਗਿਆ ਵਾ, ਕੋਈ ਵੀ ਵੈਲੋਸਿਟੀ ਯੂ ਨਾਲ ਯੂ ਮੈਟਰ ਨਹੀਂ ਕਰਦੀ ਮੈਨੂੰ, ਕਿਸੇ ਨਾ ਕਿਸੇ ਵੈਲੋਸਿਟੀ ਯੂ ਫਾਇਰ ਕੀਤਾ ਹੀ ਗਿਆ ਵਾ ਆਬਵੀਅਸਲੀ। ਤੇ ਇਸ ਯੂ ਨੂੰ ਜੋ ਫਾਇਰ ਕੀਤਾ ਗਿਆ ਕਿਸੇ ਐਂਗਲ ਥੀਟਾ ਤੇ, ਤਾਂ ਇਹਦਾ ਪ੍ਰੋਜੈਕਟਾਈਲ ਮੋਸ਼ਨ ਹੈ। ਤੇ ਆਪਾਂ ਦੇਖਣਾ ਕਿ ਟੀ ਟਾਈਮ ਬਾਅਦ ਇਹਨੇ ਕਿੰਨੀ ਹਾਈਟ ਗੇਨ ਕੀਤੀ, ਜ਼ਰੂਰ ਨਹੀਂ ਮੈਕਸਿਮਮ ਹਾਈਟ ਹੋਵੇ, ਕੀ ਪਤਾ ਉਸ ਤੋਂ ਅੱਗੇ ਵੀ ਜਾਣਾ ਹੋਵੇ ਉਹਨੇ, ਪਰ ਬਾਂਦਰ ਇੱਥੇ ਫੜਿਆ ਗਿਆ, ਕੀ ਪਤਾ ਹੈ ਨਾ। ਜਿਵੇਂ ਮੈਂ ਇੱਕ ਦਿਨ ਉਹ ਇੱਕ ਕੁਐਸਚਨ ਨਹੀਂ ਕਰਾਇਆ ਅਦਿਤੀ ਨੇ ਜਿਹੜਾ ਪਾਇਆ ਸੀ ਵੀ ਮੈਕਸਿਮਮ ਹਾਈਟ ਜਾਂ ਉਹਦਾ ਫਾਰਮੂਲਾ ਲਾ ਰਹੀ ਸੀ ਉਹ, ਤੇ ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਨਹੀਂ ਇਦਾਂ ਨਹੀਂ ਹੁੰਦਾ ਕਿ ਰਸਤੇ ਵਿੱਚ ਵੀ ਤਾਂ ਹੋ ਸਕਦਾ ਕਿ ਜ਼ਰੂਰ ਥੋੜੀ ਮੈਕਸਿਮਮ ਉੱਥੇ ਹੀ ਪਹੁੰਚ ਕੇ ਹੋਇਆ ਹੋਵੇ, ਤਾਂ ਉਹਨੇ ਤਾਂ ਫਾਇਰ ਕੀਤਾ ਦੈਟ ਗਨ ਜੋ ਡਾਰਟ ਹੈ ਉਹ ਜ਼ਰੂਰੀ ਹੈ, ਬਸ ਮੰਕੀ ਨੂੰ ਲੱਗਣਾ ਚਾਹੀਦਾ ਹੈ। ਸੋ ਆਪਾਂ ਤਾਂ ਕਿਸੇ ਟਾਈਮ ਟੀ ਦੀ ਗੱਲ ਕਰ ਰਹੇ ਹਾਂ, ਕਿਸੇ ਟੀ ਟਾਈਮ ਤੇ ਕਿੰਨੀ ਹਾਈਟ ਗੇਨ ਕਰੇਗਾ ਉਹ। ਸੋ ਇਹਦਾ ਕਿਹੜਾ ਮੋਸ਼ਨ ਡਾਰਟ ਦਾ ਕੰਸੀਡਰ ਕਰਨਾ ਤੁਹਾਡੇ ਲਈ ਜ਼ਿਆਦਾ ਜ਼ਰੂਰੀ ਹੈ, ਹੌਰੀਜ਼ੌਨਟਲ ਕਿ ਵਰਟੀਕਲ? ਵਰਟੀਕਲ। ਹੁਣ ਇਹ ਚ ਕੀ ਹੈ, ਹੌਰੀਜ਼ੌਨਟਲ ਵੀ ਆਪਣੇ ਕੰਮ ਆ ਸਕਦਾ ਹੈ, ਵਰਟੀਕਲ ਵੀ, ਕਿਉਂਕਿ ਹੌਰੀਜ਼ੌਨਟਲ ਡਿਸਟੈਂਸ ਇਹਦਾ ਹਮੇਸ਼ਾ ਕਾਂਸਟੈਂਟ ਰਹਿਣ ਵਾਲਾ ਹੈ ਕਿ ਨਹੀਂ, ਕਿਉਂਕਿ ਬਾਂਦਰ ਜਿੱਥੇ ਗਿਰ ਰਿਹਾ ਨਾ ਉਹ ਤਾਂ ਜਾ ਨਹੀਂ ਰਿਹਾ, ਇਹਨੇ ਇੱਥੋਂ ਇੱਥੇ ਪਹੁੰਚ ਜਾਣਾ ਜਦੋਂ, ਤਾਂ ਇਹਨੇ ਆਰ ਡਿਸਟੈਂਸ ਤਾਂ ਕਵਰ ਕਰਨਾ ਹੀ ਹੌਰੀਜ਼ੌਨਟਲ। ਤੇ ਵਰਟੀਕਲ ਇਹਦਾ ਮੈਨੂੰ ਪਤਾ ਨਹੀਂ ਕਿ ਵਰਟੀਕਲ ਮੈਂ ਦੇਖਦਾ ਕਿੰਨੀ ਹਾਈਟ ਤੇ ਪਹੁੰਚਦਾ ਹੈ,
ठीक है गल? Yes. सवाल सब ਨੂੰ ਸਮਝ ਆਣਾ ਚਾਹੀਦਾ ਹੈ, ਜਵਾਬ ਨੂੰ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਹੁੰਦਾ। ਸੋ ਮੈਂ ਬਸ ਇੱਥੇ ਇਸ ਗੱਲ ਨੂੰ ਹੁਣ ਮੈਂ ਮਟੇ ਕੇ ਇੱਥੇ ਹੀ ਸੋਲਵ ਕਰਨ ਜਾ ਰਿਹਾ, ਇਸੇ ਦੇ ਉੱਪਰ ਹੀ ਬੈਟਰ ਹੈ ਅਗਲਾ ਪੇਜ ਹੀ ਕਰ ਲਈਏ ਆਪਾਂ, ਕਿਉਂਕਿ ਸਵਾਲ ਇਹ ਚ ਕੋਈ ਫਿਗਰ ਤਾਂ ਹੈ ਨਹੀਂ, ਕੋਈ ਉਦਾਂ ਦੀ ਚੀਜ਼ ਹੈ ਨਹੀਂ, ਸਵਾਲ ਤੁਹਾਨੂੰ ਸਮਝ ਆ ਗਿਆ, ਅਗਲੇ ਪੇਜ ਤੇ ਕਰ ਦਿੰਦਾ ਮੈਂ, ਨਾਲੇ ਟਾਈਮ ਮਿਲ ਜੂਗਾ। ਚਲੋ ਜੀ, ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਮੋਸ਼ਨ ਆਫ ਮੌਂਕੀ। ਤੇ ਆਪਾਂ ਕਹਿੰਦੇ ਆ ਕਿ the distance, the height through which monkey fell down in कितने t seconds। ਉਹ ਕੀ ਹੋਏਗਾ, ਆਪਾਂ ਕਿਹੜੀ ਇਕੁਏਸ਼ਨ ਯੂਜ਼ ਕਰਾਂਗੇ, s is equal to ut plus half a t square। T square। वो आएगा u इनिशियल वेलोसिटी 0 सी तो p पे हाफ g GT square। बस आई आएगा। Yes। और हाइट ऑफ monkey above ground after time t will be equal to capital H minus half GT square। t square। This is the height of the monkey after time t। समय लग गया सारा मोशन ऑफ monkey ਦੀ ਹਾਈਟ ਪਤਾ ਲੱਗ ਗਈ ਟੀ ਟਾਈਮ ਬਾਅਦ। Yes sir। Yes। ਆਓ ਆਪਾਂ ਇਹਨੇ ਪ੍ਰੋਜੈਕਟਾਈਲ ਤੇ ਜਿਹੜਾ ਦੂਸਰਾ ਹੈ ਡਾਰਟ ਦਾ ਮੋਸ਼ਨ ਆਫ ਡਾਰਟ। ਡਾਰਟ ਦੇ ਬਾਰੇ ਮੈਨੂੰ ਕੀ ਗੱਲ ਪਤਾ ਹੈ, ਇੱਕ ਤਾਂ ਪਤਾ ਹੈ ਕਿ ਉਹ u ਵੈਲੋਸਿਟੀ ਨਾਲ ਫਾਇਰ ਕੀਤਾ ਗਿਆ ਹੈ ਤੇ ਥੀਟਾ ਐਂਗਲ ਤੇ ਫਾਇਰ ਕੀਤਾ ਗਿਆ, ਤੇ ਇਸ ਥੀਟਾ ਦੇ ਬਾਰੇ ਜਾਣਕਾਰੀ ਹੈ ਕਿ tan θ h/r। ਤੇ ਡਾਰਟ ਦੇ ਬਾਰੇ ਕੁਝ ਜਾਣਕਾਰੀ ਇਥੋਂ ਆਪਾਂ ਕੱਢਾਂਗੇ, ਦੇਖਾਂਗੇ ਕੀ ਹੈ। tan θ h/r this is given to you by this theta। ਹੁਣ ਡਾਰਟ ਦਾ ਜੇ ਵਰਟੀਕਲ ਮੋਸ਼ਨ ਕੰਸੀਡਰ ਕਰਨਾ ਹੈ, ਵਰਟੀਕਲ ਮੋਸ਼ਨ ਕੰਸੀਡਰ ਕਰਨਾ ਹੈ ਦਾ ਤੁਹਾਨੂੰ ਪਤਾ ਹੈ ਵਰਟੀਕਲ ਮੋਸ਼ਨ ਲਈ ਉਹਦੀ ਜਿਹੜੀ ਵੈਲੋਸਿਟੀ ਇਨੀਸ਼ੀਅਲ ਵੈਲੋਸਿਟੀ ਕੀ ਹੋਏਗੀ, u sin theta। yes u sin theta। ਤੇ ਟਾਈਮ ਆਪਾਂ ਲੈਣ ਟਾਈਮ t ਟਾਈਮ ਜੀ ਕੰਸੀਡਰ ਕਰਨਾ ਚਾਹੁੰਦੇ ਆ, ਕਿੱਥੇ ਹੈ ਟਾਈਮ ਸੇਮ ਟਾਈਮ ਜੋ ਪਹਿਲਾਂ ਸੀਗਾ, t1 t2 ਨਹੀਂ ਲੈਣਾ। ਤੇ ਹਾਈਟ ਇਹਨੇ ਕਿੰਨੀ ਗੇਨ ਕੀਤੀ ਹੈ, ਇਹਦਾ ਡਿਸਟੈਂਸ ਟਰੈਵਲਡ ਜਿਹੜਾ ਹੈ वर्टिकल डिस्टेंस कितना ऊपर गया है वही अपना होएगा y मान लो, ये पता करना है अपन। ते एक्सेलरेशन माइनस g तो इथे की आएगा y, दिस डिस्टेंस y will be equal to u sin theta into t minus half gt square minus half g t square। ये आ जाएगा। yes sir। बट इथों एक होर जानकारी लीक हो सकती है, जेड़ा अगर मैं हॉरिजॉन्टल मोशन कंसीडर करा ते हॉरिजॉन्टल मोशन दे विच तुहानू पता जेहड़ी वेलोसिटी हुंदी है, वेलोसिटी आई एम टॉकिंग अबाउट इनिशियल नाउ, जस्ट वेलोसिटी, क्यों so that u cos theta। now using this s equal to vt you can write it here, r is equal to u cos theta into t that is again same t क्योंकि उसे t टाइम्स ये डिस्टेंस ट्रैवल करेगा। so now you can get t from here, so t from here is basically r over u cos theta na। yes sir। Yes। so just put this r over u cos theta over here and you will get इतने कर देना u sin theta into r over cos theta u cos theta minus half gt square। yes u ना u कर दिया ना, sir t की जगह r upon मैं कहा u ना u नहीं t की जगह इतने नहीं पुट कर रहा मैं, okay sir। जानबूझ के उत्थे पुट कर रहा, दसदा क्यों पुट कर रहा मैं, देख लियो एंड च अपन मैच कर लेंगे। आएगा r sin बटा tan theta and tan theta कितना है h by r h minus half gt square आ गया। yes sir। ਉਹ ਮੈਂ t ਤਾਂ ਹੀ ਨਹੀਂ ਪੁੱਟ ਕੀਤਾ, ਮੈਂ ਕੀ ਫਾਇਦਾ, ਲੋੜ ਹੀ ਨਹੀਂ ਹੈਗੀ ਆਪਾਂ ਨੂੰ। ਆ ਦੇਖ ਲਓ h by half gt square
monkey का भी yes मतलब कि मैं Yes, देख ਰਿਹਾ sir. ਸੀ ਕਿ ਆ ਹਾਫ GT ਸਕੁਅਰ ਮੈਂ ਕਿਹਾ ਇਹ 'ਚ ਤਾਂ ਕੋਈ ਪੰਗਾ ਹੈ ਨਹੀਂ, ਇਹਨੂੰ ਛੱਡੋ, ਇਹਨੂੰ ਮੋਡੀਫਾਈ ਕਰੋ ਕਿ ਆ h ਆ ਜਾਵੇ। ਉਹ ਮੈਂ ਦੇਖ ਲਿਆ, ਫਿਰ ਤੋਂ ਆਪਾਂ ਹੌਰੀਜ਼ੌਂਟਲ ਡਿਸਟੈਂਸ ਤੋਂ ਕੱਢ ਕੇ ਉਹਨੂੰ ਟੀ ਪੁੱਟ ਕਰਾਂਗੇ, ਟੀ ਗੈਪ ਵੀ ਹੋ ਜਾਊਗਾ, h ਵੀ ਆ ਜਾਊਗਾ, ਆ ਗਿਆ। ਹਾਂਜੀ ਓਜਸ ਸਰ ਇੱਥੇ ਮਜ਼ਲ ਵੈਲੋਸਿਟੀ ਕੀ ਹੋਊਗੀ ਸਰ? ਮਜ਼ਲ ਉਹੀ ਵੀ ਜਿਹੜੀ ਵੈਲੋਸਿਟੀ ਨਾਲ ਗਨ ਚੋਂ ਨਿਕਲਦੀ ਹੈ ਗਨ, ਉਹ ਸੱਚੇ ਗਨ ਚੋਂ ਬੰਦੂਕ Dart. ਗੋਲੀ। ਸਰ ਕੁਐਸਚਨ ਚ ਰਿਗਾਰਡਲੈਸ ਕਿਉਂ ਲਿਖਿਆ ਸੀ ਉਹ? ਰਿਗਾਰਡਲੈਸ ਦੇਖਣਾ ਕਿ ਯੂ ਤੇ ਡਿਪੈਂਡ ਨਹੀਂ ਕਰਦਾ, ਉਹ ਜਿੰਨੀ ਮਰਜ਼ੀ ਵੈਲੋਸਿਟੀ ਨਾਲ ਉਹ ਗਨ ਫਾਇਰ ਕਰੇ, ਕਿਉਂਕਿ ਯੂ ਜਿਹੜੀ ਆ ਦੇਖ ਇੱਥੇ ਯੂ ਜਾਂ ਯੂ ਕਹਿੰਦੇ ਯੂ ਤਾਂ ਆਈ ਨਹੀਂ ਕਿਤੇ ਵੀ ਨਾ ਆਪਣੇ ਕੋਲ ਇਕੁਏਸ਼ਨ ਦੇ ਵਿੱਚ। It is just depending upon that how much height is there for the monkey, how much gravity is there, and what is the time. ये किसी particular time t ਦੇ ਉੱਪਰ ਤੇ ਇਹਦੇ ਵਿੱਚ ਦੇਖ ਲੈ u i ਹੀ ਨਹੀਂ ਕਿਤੇ, ਇੱਥੇ ਅਗਰ u i ਵੀ ਸੀਗੀ ਤਾਂ ਨਾਲ ਟਾਈਮ ਵੀ ਤਾਂ ਵੇਰੀ ਕਰ ਰਿਹਾ ਸੀ ਨਾ, ਤਾਂ ਟਾਈਮ ਨੂੰ ਆਪਾਂ ਉੱਥੋਂ ਪੁੱਟ ਫਾਈਂਡ ਕੀਤਾ, ਇਨ ਟਰਮਸ ਵਾਰ ਪੁੱਟ ਕੀਤਾ ਤਾਂ ਪਤਾ ਲੱਗਿਆ ਕਿ ਉਹ ਤਾਂ ਆ u ਤੇ ਡਿਪੈਂਡ ਹੀ ਨਹੀਂ ਕਰ ਰਹੀ, u is cancelled। ਸੋ ਬੇਸਿਕਲੀ ਦੇਖੋ ਤੁਹਾਡਾ ਜਿਹੜਾ ਆਨਸਰ ਹੈ, ਜਿਹੜੀ ਹਾਈਟ ਉਹਨੇ ਗੇਨ ਕਰਨੀ, ਆ ਗੇਨ ਉਹਨੇ ਨੀਚੋਂ ਦੀ ਕੀਤੀ ਹੈ, ਤੇ ਮੰਕੀ ਜਿਹੜਾ ਸੀਗਾ ਉੱਪਰੋਂ ਫਾਲ ਕੀਤਾ ਸੀ ਇੰਨਾ, ਤੇ ਫਾਲ ਜਿੰਨਾ ਕੀਤਾ ਸੀ ਉਹਨੂੰ ਉਹਦੀ ਟੋਟਲ ਹਾਈਟ ਚੋਂ ਮਾਈਨਸ ਕਰਕੇ ਵੀ ਦੇਖਿਆ ਆਪਾਂ ਕਿ ਮੰਕੀ ਕਿੰਨੀ ਹਾਈਟ ਤੇ ਹੋਏਗਾ। ਆ ਨੀਚੇ ਉੱਪਰ ਜਾ ਰਿਹਾ, ਉੱਪਰੋਂ ਨੀਚੇ ਗਿਰ ਰਿਹਾ, they have to meet here after time t. This is monkey, this is dart. ਸੋ ਇਹਦੇ ਲਈ ਇਹਨੂੰ ਪ੍ਰੋਜੈਕਟਾਈਲ ਮੋਸ਼ਨ ਨਾਲ ਆਪਾਂ ਇਹਦਾ y ਕੈਲਕੂਲੇਟ ਕਰ ਲਿਆ ਸੀ, ਉਹਦੇ ਲਈ ਆਪਾਂ h ਵਿੱਚੋਂ ਮਾਈਨਸ ਕੀਤੀ, ਕਿੰਨਾ ਉਹ ਫਾਲ ਕਰ ਗਿਆ, ਕਿਉਂਕਿ ਆਪਾਂ ਦੇਖਿਆ ਹੈ ਕਾਈਨੈਮੈਟਿਕਸ, ਫਿਰ ਆ ਗਿਆ ਤਾਂ ਸੇਮ ਆ ਗਿਆ। ਸੋ ਬੜਾ ਜ਼ਿਆਦਾ ਕੁਐਸਚਨ ਸੀਗਾ ਇਹ। ਸੋ ਇਸ ਤਰ੍ਹਾਂ ਤੁਹਾਨੂੰ ਇੱਕ ਗੱਲ ਪਤਾ ਲੱਗਦੀ ਹੈ ਕਿ ਦੈਟ ਹਾਊ ਟੂ ਡੀਲ ਵਿਦ ਦ ਪ੍ਰੋਜੈਕਟਾਈਲ ਮੋਸ਼ਨ। ਐਂਡ ਮੈਂ ਤੁਹਾਨੂੰ ਕੱਲ ਕਹਿ ਹੀ ਰਿਹਾ ਸੀ ਕਿ ਤੁਸੀਂ ਕਿਉਂ ਯਾਦ ਰੱਖਣਾ ਕਿਸੇ ਚੀਜ਼ ਨੂੰ, ਯਾਦ ਰੱਖਣ ਦੀ ਲੋੜ ਹੀ ਹੈ। ਇੱਥੇ ਮੈਂ ਟਾਈਮ ਆਫ ਫਲਾਈਟ ਦਾ ਜਾਂ ਟਾਈਮ ਕਿਸੇ ਪਾਰਟਿਕੂਲਰ ਮੋਮੈਂਟ ਤੇ ਉਹਦਾ ਆਇਆ ਕੋਈ ਫਾਰਮੂਲਾ ਕੁਝ ਲਗਾਇਆ ਹੀ ਨਹੀਂ ਹੈ। ਮੈਂ ਕੀ ਯੂਜ਼ ਕਰ ਰਿਹਾ, ਮੈਂ ਸਿਰਫ ਸਿੰਪਲ ਕਾਈਨੈਮੈਟਿਕਸ ਦੀਆਂ ਇਕੁਏਸ਼ਨਾਂ ਯੂਜ਼ ਕਰ ਰਿਹਾ। ਤੁਹਾਡੇ ਸਾਹਮਣੇ ਦੇਖੋ s = ut + ½ at square, यूनिफॉर्म मोशन है हॉरिजॉन्टल वाला, तो उस तरह ही रख लिया, तो मैं वो कुछ नवा कर ही नहीं रहा, ठीक है ना। मैं सिर्फ ਤੇ ਸਿਰਫ ਕਾਈਨੈਮੈਟਿਕਸ ਦੀਆਂ ਇਕੁਏਸ਼ਨ ਯੂਜ਼ ਕਰ ਰਿਹਾ। ਆਪਾਂ ਪਲੇਨ ਦੇ ਵਿੱਚ ਜਦੋਂ ਆਪਾਂ ਯੂਜ਼ ਕਰਦੇ ਆ ਤਾਂ ਯੂਜ਼ ਕਰਦੇ ਹੋਏ ਕਿਹਨੂੰ ਕਨਸਟੈਂਟ ਰੱਖਣਾ ਹੈ, ਕਿਹਨੂੰ ਵੇਰੀਏਬਲ ਰੱਖਣਾ ਹੈ, ਜਿਵੇਂ ਆ ਗੱਲਾਂ ਇੱਕ ਮੈਟਰ ਕਰਦੀਆਂ, ਜਿਹੜੀਆਂ ਗੱਲਾਂ ਤੁਹਾਨੂੰ ਮੈਂ ਪ੍ਰੋਜੈਕਟਾਈਲ ਮੋਸ਼ਨ ਦੀ ਡੈਰੀਵੇਸ਼ਨ ਡਿਊਰਿੰਗ ਦੱਸੀਆਂ ਨੇ, ਉਹ ਇਸ ਲਈ ਦੱਸੀਆਂ ਸੀ। बोलो भाई, समझ लग गया ये सारे ਨੂੰ ਹੁਣ? Yes sir. ਬੜਾ ਇੰਟਰਸਟਿੰਗ ਕੁਐਸਚਨ ਸੀਗਾ। ਇਦਾਂ ਦੇ ਕੁਐਸਚਨ ਨਾ ਵਿੱਚ ਲੈ ਆਨੇ ਹੋ ਤੁਸੀਂ ਤਾਂ ਮੈਨੂੰ ਡਿਸਕਸ ਕਰਨ ਦਾ ਮੌਕਾ ਮਿਲ ਜਾਂਦਾ ਹੈ ਕਿ ਮੈਂ ਇੱਕ ਆਸਪੈਕਟ ਨੂੰ ਡਿਸਕਸ ਕਰ ਦਿੰਦਾ ਤੁਹਾਡੇ ਨਾਲ। ਹੁਣ ਜੇ ਐਵੇਂ ਮਤਲਬ ਬਹੁਤ ਸਾਰਾ ਕੁਝ ਹੌਚ ਪੌਚ ਹੁੰਦਾ ਰਹੇ ਤੇ ਕੋਈ ਇਦਾਂ ਦੀ ਕੋਈ ਬਹੁਤ ਆਰਾਮ ਨਾਲ ਡਿਸਕਸ਼ਨ ਕਦੀ ਨਾ ਹੋਵੇ ਤਾਂ ਥੋੜਾ ਜਿਹਾ ਫਾਸਟਰ ਲੱਗਣ ਲੱਗ ਜਾਂਦਾ ਤੁਹਾਨੂੰ ਕਿ ਕੰਮ ਫਾਸਟ ਚੱਲ ਰਿਹਾ। ਪਰ ਹੁਣ ਦੇਖੋ ਇਹਦੇ 'ਚ ਤਾਂ ਮਜਬੂਰੀ ਵੀ ਹੈ ਕਿ ਥੋੜੀ ਜਿਹੀ ਕੰਮ ਤਾਂ ਕਰਨਾ ਹੀ ਪੈਣਾ ਹੁਣ, ਕਿਉਂਕਿ ਪੇਪਰ ਸਿਰ ਤੇ ਆ ਗਏ ਨੇ। ਤੁਹਾਨੂੰ ਪਤਾ ਹੈ ਕਿ ਤੁਹਾਡਾ ਜਿਹੜਾ ਪੇਪਰ ਹੈ, ਪੇਪਰ ਅਨਾਉਂਸ ਹੋ ਚੁੱਕਿਆ ਤੇ ਤੁਹਾਡਾ ਸਿਲੇਬਸ ਅਨਾਉਂਸ ਹੋ ਚੁੱਕਿਆ ਤੇ ਤੁਹਾਨੂੰ ਪਤਾ ਆਪਣਾ ਸਿਲੇਬਸ ਹੋਇਆ ਕਿੰਨਾ ਹੈ, ਤੇ ਤੁਹਾਨੂੰ ਪਤਾ ਹੈ ਕਿ ਆਪਾਂ ਪਹਿਲਾਂ 20-25 ਦਿਨ ਪਹਿਲਾਂ ਹੀ ਲੇਟ ਹੋ ਚੁੱਕੇ ਸੀ। ਮੈਂ ਦੁਬਾਰਾ ਜੇ ਸ਼ੁਰੂ ਕੀਤਾ ਤਾਂ ਮੈਂ ਪੂਰਾ ਵੈਕਟਰ ਤੁਹਾਨੂੰ ਦੁਬਾਰਾ ਵੀ ਕਰਾਇਆ ਵਾ, ਤੇ ਤੁਹਾਨੂੰ ਉਹਦਾ ਫਾਇਦਾ ਵੀ ਹੋਇਆ ਵਾ ਕੁਝ ਬੱਚਿਆਂ ਨੂੰ। ਤੇ ਜਿਹੜੇ ਬੱਚੇ ਹਲੇ ਸਟਰਗਲ ਕਰ ਰਹੇ ਨੇ ਉਹ 'ਚ ਹਲੇ ਉਹਨਾਂ ਨੇ ਮੈਂ ਹੈਲਪ ਕਰੂੰਗਾ, ਪਰ ਜਿਵੇਂ ਜਿਵੇਂ ਆਪਾਂ ਨੂੰ ਟਾਈਮ ਮਿਲਦਾ ਰਹੇਗਾ ਆਪਾਂ ਡਿਸਕਸ ਕਰਦੇ ਰਵਾਂਗੇ। ਇਹ ਦੇਖ ਲਓ ਕਿ ਫਿਜ਼ਿਕਸ ਦੇ ਪਹਿਲੇ 4 ਯੂਨਿਟ ਜਿਹੜੇ ਨੇ ਵਰਕ ਪਾਵਰ એનર્ਜੀ ਤੱਕ, ਇਹਨਾਂ ਦਾ ਪੱਲਾ ਕਦੀ ਵੀ ਨਹੀਂ ਛੱਡਣਾ, ਨਾ ਮੈਂ ਤੁਹਾਨੂੰ ਛੱਡਣ ਦੇਣਾ। ਇਹਨਾਂ ਦਾ ਕੋਈ ਨਾ ਕੋਈ ਟੈਸਟ ਹੋਈ ਜਾਊਗਾ, ਕੋਈ ਨਾ ਕੋਈ ਸਬਜੈਕਟਿਵ ਕਰਕੇ ਤੁਹਾਡੀ ਗਲਤੀਆਂ ਕੱਢੀ ਜਾਊਗਾ। ਤੁਹਾਨੂੰ ਜਦੋਂ ਤੱਕ 4 ਯੂਨਿਟ ਦਾ ਕੰਮ ਲਿਖਣਾ ਨਹੀਂ ਆਉਂਦਾ ਤੁਹਾਨੂੰ ਫਿਜ਼ਿਕਸ ਕਦੀ ਆ ਹੀ ਨਹੀਂ ਸਕਦੀ। ਇਸ ਲਈ ਤੁਹਾਨੂੰ ਚੰਗੀ ਤਰ੍ਹਾਂ ਇਹ 4 ਯੂਨਿਟਸ ਤੇ ਕੰਮ ਕਰਨਾ ਹੀ ਹੈ। ਤੇ ਇਹ 4 ਯੂਨਿਟ ਹੀ ਨੇ ਜਿਹੜੇ ਤੁਹਾਨੂੰ JEE ਦੇ ਵਿੱਚ ਤੇ ਨੀਟ ਵਿੱਚ ਪਰਫਾਰਮਰ ਬਣਾ ਦੇਣਗੇ। ਆ 4 ਯੂਨਿਟਸ, ਇਹਨਾਂ 4 ਯੂਨਿਟਸ ਦੀ ਸਕਿੱਲ ਨੇ ਤੁਹਾਨੂੰ ਅੱਗੇ ਸਾਰੀ ਫਿਜ਼ਿਕਸ ਦੀ ਸਕਿੱਲ ਡਿਵੈਲਪ ਕਰ ਦੇਣੀ। ਇਸੇ ਲਈ ਮੈਂ ਬਹੁਤ ਆਰਾਮ ਨਾਲ ਸੀਰੀਅਸਲੀ ਲੈਣਾ ਇਸ ਚੀਜ਼ ਨੂੰ। ਹੁਣ ਤੁਹਾਡੇ ਜਦੋਂ ਸੈਪਟੈਂਬਰ ਐਗਜ਼ਾਮ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਕੋਸ਼ਿਸ਼ ਕਰਾਂਗੇ ਜਿਹੜੇ ਬੱਚਿਆਂ ਨੂੰ ਕੈਲਕੂਲਸ 'ਚ ਪ੍ਰੋਬਲਮ ਆ ਰਹੀ ਹੈ, ਜਿਨ੍ਹਾਂ ਨੂੰ ਵੈਕਟਰ ਲਿਖਣ 'ਚ ਪ੍ਰੋਬਲਮ ਆ ਰਹੀ ਹੈ, ਵੈਕਟਰਸ ਦੇ ਬਾਰੇ ਕੁਝ ਸਮਝਣ 'ਚ ਜਾਂ ਕੋਈ ਪ੍ਰੋਬਲਮ ਆ ਰਹੀ ਹੈ, ਆਪਾਂ ਦੁਬਾਰਾ ਡੀਲ ਕਰ ਲਾਂਗੇ ਚੀਜ਼ਾਂ ਨੂੰ, ਕੋਈ ਗੱਲ ਨਹੀਂ, ਠੀਕ ਹੈ ਨਾ। ਸੋ ਪਰ ਆਪਾਂ ਨੂੰ ਫਿਲਹਾਲ ਪੇਪਰ ਦੇ ਅਕੋਰਡਿੰਗ ਜਿਵੇਂ ਜੋ ਸਕੂਲ 'ਚ ਤੁਸੀਂ ਪੇਪਰ ਦੇਣੇ ਆ, ਮੈਂ ਉਹਦੇ ਲਈ ਤੁਹਾਨੂੰ ਤਿਆਰ ਕਰ ਰਿਹਾ, ਮੈਨੂੰ ਤਿਆਰ ਕਰਨਾ ਚਾਹੀਦਾ ਤੁਹਾਨੂੰ। ਸੋ ਉਸ ਤੋਂ ਬਾਅਦ ਫਿਰ ਆਪਾਂ ਥੋੜਾ ਜਿਹਾ ਸਲੋ ਡਾਊਨ ਕਰਾਂਗੇ
क्योंकि पेपर तक अपना ਤੁਹਾਡਾ 8 ਅਕਤੂਬਰ ਤੱਕ ਮੈਂ ਇਹ ਕਰਾ ਦੂੰਗਾ ਤੁਹਾਨੂੰ ਰੋਟੇਸ਼ਨਲ ਮੋਸ਼ਨ ਦੇ ਉੱਥੇ ਤੱਕ ਮੂਵਮੈਂਟ ਆਫ ਇਨਰਸ਼ੀਆ ਤੱਕ। ਪਰ ਉਸ ਤੋਂ ਬਾਅਦ ਆਪਾਂ ਥੋੜਾ ਸਲੋ ਡਾਊਨ ਕਰਾਂਗੇ ਤੇ ਪੁਰਾਣੇ ਤੇ ਵਾਪਸ ਆਵਾਂਗੇ ਤੇ ਪੁਰਾਣੇ ਨੂੰ ਵੀ ਹੋਰ ਰੀਨਿਊ ਕਰਦੇ ਹੋਏ ਜਿਵੇਂ 4 ਟੌਪਿਕਸ ਦੇ ਇੱਕ ਅਸਾਈਨਮੈਂਟ ਜਿਸ ਚ ਕੈਲਕੂਲਸ ਵੀ ਯੂਜ਼ ਹੋਵੇ, ਜਿਸ ਚ ਵੈਕਟਰ ਵੀ ਯੂਜ਼ ਹੋਵੇ, ਜਿਸ ਚ ਕਾਈਨੈਮੈਟਿਕਸ ਵੀ ਯੂਜ਼ ਹੋਵੇ, ਪ੍ਰੋਜੈਕਟਾਈਲ ਮੋਸ਼ਨ ਵੀ ਯੂਜ਼ ਹੋਵੇ, ਸਭ ਹੋ। ਹਾਂਜੀ ਤਨਿਸ਼। ਹਾਂਜੀ ਸਰ, ਜਿਹੜਾ ਕੁਐਸਚਨ ਸੀਗਾ, ਹਾਂਜੀ ਹਾਂਜੀ ਸਰ, ਇਹਦੇ ਵਿੱਚ ਲਾਸਟ ਵਿੱਚ ਇੱਕ ਲਾਈਨ ਦਿੱਤੀ ਹੋਈ ਸੀ, ਪ੍ਰੋਵਾਈਡਡ ਦੈਟ ਇਟ ਗੈਟਸ ਟੂ ਦ ਮੰਕੀ ਬਿਫੋਰ ਹੀ ਹਿਟਸ ਦ ਹਾਂ, ਗਰਾਊਂਡ। ਉਹ ਕਹਿੰਦੇ ਮਤਲਬ ਜੀ ਪ੍ਰੋਵਾਈਡਡ ਹੈ ਵੀ ਮੌਂਕੀ ਜਿਹੜਾ ਉਹ ਨੀਚੇ ਗਿਰਿਆ ਨਹੀਂ ਹਲੇ, ਪ੍ਰੋਵਾਈਡਡ। ਨਹੀਂ ਸਰ, ਜੇ ਮੰਨ ਸਰ ਇਹ ਨਾ ਦਿੱਤੀ, ਸਰ ਇਹਦੀ ਕੋਈ ਸਿਗਨੀਫੀਕੈਂਸ ਹੈਗੀ ਹੈ? ਜੇ ਮੰਨ ਲਓ ਨਾ ਦਿੱਤਾ ਹੁੰਦਾ ਇਹ, ਫਿਰ ਆਨਸਰ ਆਪਣਾ ਵੈਰੀ ਕਰਨਾ ਸੀ? ਨਹੀਂ, ਵੈਸੇ ਤਾਂ ਜੇ ਨਾ ਵੀ ਦਿੱਤਾ ਹੁੰਦਾ ਇਨ ਜਨਰਲ ਤਾਂ ਆਪਾਂ ਉਹਨੂੰ ਜੇ ਸੋਚਦੇ, ਕਦੀ ਵੀ ਆਪਾਂ ਇਹ ਨਹੀਂ ਸੋਚਦੇ ਕਿ ਮੌਂਕੀ ਗਰਾਊਂਡ ਤੇ ਆ ਗਿਆ ਤੇ ਹੁਣ ਉਹ ਇੱਧਰ ਜਿਵੇਂ ਇੱਥੇ ਇਹਨੂੰ ਫਾਇਰ ਕਰਨ ਜਾ ਰਿਹਾ, ਕਿਉਂਕਿ ਫਿਰ ਪਤਾ ਕੀ ਆ, ਜੇ ਇਹ ਨਾ ਦਿੱਤਾ ਹੁੰਦਾ ਤਾਂ ਇੱਕ ਸਮੱਸਿਆ ਫਿਰ ਬੰਦਾ ਕੋਈ ਐ ਵੈਲ ਡਿਫਾਈਨਡਨੈਸ ਖਤਮ ਹੋ ਜਾਣੀ ਸੀ। ਪਤਾ ਕਿਉਂ? ਕਿਉਂਕਿ ਤੂੰ ਤਾਂ ਆਪਾਂ ਸੋਚ ਕੇ ਚੱਲ ਰਹੇ ਕਿ ਇੱਥੋਂ ਤੂੰ ਡਾਟ ਫਾਇਰ ਕੀਤਾ ਤੇ ਉਹ ਜਾਂਦੇ ਹੋਏ ਹੀ ਉਹਨੂੰ ਫਾਇਰ ਕਰਕੇ ਮੌਂਕੀ ਨੂੰ ਮਾਰਨਾ ਚਾਹੁੰਦਾ ਤੇ ਜਾਂਦੇ ਹੋਏ ਹੀ ਹਾਈਟ ਗੇਨ ਕਰਦੇ ਹੋਏ ਹੀ। ਪਰ ਉਹ ਕਹਿੰਦੇ ਮੌਂਕੀ, ਕਿਉਂਕਿ ਜੇ ਆ ਵੀ ਤਾਂ ਹੋ ਸਕਦਾ ਕੋਈ ਸੋਚ ਸਕਦਾ ਬੱਚਾ ਕਿ ਇੱਥੋਂ ਵੀ ਮੌਂਕੀ ਨੇ ਜੋ ਫਾਲ ਕਰਨਾ ਸ਼ੁਰੂ ਕੀਤਾ, ਮੌਂਕੀ ਇੱਥੇ ਪਹੁੰਚਿਆ ਤੇ ਉਹ ਉੱਪਰ ਜਾ ਕੇ ਫਿਰ ਨੀਚੇ ਆ ਕੇ ਆਂਦੇ ਹੋਏ ਉਹਨੂੰ ਫਾਇਰ ਕਰਕੇ ਵੱਜਿਆ ਵਾ, ਹਨਾ? ਕਿਉਂਕਿ ਜੋ ਮੌਂਕੀ ਗਿਰਨ ਲੱਗੇ, ਗਿਰ ਗਿਆ ਇੱਥੇ ਤੇ ਉੱਥੋਂ ਜਾ ਕੇ ਥੱਲੇ ਮੌਂਕੀ ਦੇ ਵੱਜਿਆ, ਜੋ ਪੁੰਜੇ ਉਹ ਗਿਰ ਗਿਆ। ਤੋ ਉਹ ਤਾਂ ਉਹ ਕਰ ਜਿਵੇਂ ਤੋਪ ਨਾਲ ਆਪਾਂ ਸੇਨਾ ਉਡਾਣੀ ਹੋਏ ਕੋਈ ਦੁਸ਼ਮਣ ਦੀ, ਹਨਾ? ਪਰ ਉਹ ਕਿਉਂਕਿ ਫਾਇਰ ਕਰ ਰਿਹਾ ਤਾਂ ਉਹਨਾਂ ਨੇ ਇਹ ਗੱਲ ਵੈਸੇ ਹੀ ਕਹਿਤੀ ਵੀ ਮੌਂਕੀ ਨੂੰ ਥੱਲੇ ਗਰਾਊਂਡ ਤੇ ਹਿੱਟ ਨਹੀਂ ਕਰਵਾਉਣਾ ਸੀ, ਮੌਂਕੀ ਗਿਰਦੇ ਹੋਏ ਹੀ ਉਹਨੂੰ ਆਪਾਂ ਉੱਪਰ ਵੱਜਣਾ ਹੈ ਉਹਨੂੰ ਜਾ ਕੇ। ਸੋ ਕਿਉਂਕਿ ਇੱਥੇ ਤੈਨੂੰ 2 ਚੀਜ਼ਾਂ ਡਿਸਕਸ ਕਰਨੀ ਪੈਣੀਆਂ ਸੀ, ਤੈਨੂੰ ਉਹਦੀ ਹਾਈਟ ਜਿਹੜੀ ਆ ਉਹ ਜਿਹੜੇ ਟਾਈਮ ਤੇ ਡਿਸਕਸ ਕਰਨੀ ਤੇ ਉਹਨੇ ਜਾ ਕੇ ਗੇਨ ਵੀ ਕਰਨਾ ਸੀ, ਫਿਰ ਉਸ ਤੋਂ ਬਾਅਦ ਲਾਸ ਵੀ ਕਰਨਾ ਸੀ, ਇੱਥੇ ਪਲੱਸ ਮਾਈਨਸ ਜੀ ਹੋਣੀ ਸੀ, ਪਲੱਸ ਜੀ ਹੋਣੀ ਸੀ, ਹਨਾ? ਤੈਨੂੰ 2 ਕਰਨੇ ਪੈ ਸਕਦੇ ਸੀ, ਪਰ ਉਹਨਾਂ ਨੇ ਇਸ ਤਰ੍ਹਾਂ ਕਰਕੇ ਉਹ ਸਾਰਾ ਖਤਮ ਕਰਤਾ ਕਿ ਬਈ ਤੁਸੀਂ ਡਾਇਰੈਕਟਲੀ ਸਿੰਪਲੀ ਸੋਚ ਕੇ ਇਹ ਗੱਲ ਨੂੰ ਇਹਦਾ ਜਵਾਬ ਦਿਓ। ਠੀਕ ਹੈ ਜੀ? ਯੈਸ। ਇੱਕ ਮਿੰਟ ਆ ਸੀਗਾ, ਹੁਣ ਮੇਰੀ ਗੱਲ ਨੂੰ ਬਹੁਤ ਧਿਆਨ ਨਾਲ ਸਮਝੋ। ਇਹ ਇੱਕ ਮੈਂ ਪਹਿਲਾਂ ਇਹ ਆਖਰੀ ਟੌਪਿਕ ਹੈਗਾ ਉਹ ਡਿਸਕਸ ਕਰ ਦਵਾਂ ਇਹਦਾ, ਸੋ ਦੈਟ ਕਿ ਆਪਣੀ ਇਹ ਗੱਲ ਖਤਮ ਹੋ ਜਾਵੇ। ਹੁਣ ਕਲਾਸ ਆਪਣੀ ਕਿੰਨੇ ਵਜੇ ਤੱਕ? 9:30 25 ਮਿੰਟ ਹੈਗੇ ਨੇ, ਹੋ ਜਾਊਗਾ। ਇਹ ਹੈਗਾ ਜੀ ਯੂਨੀਫਾਰਮ ਸਰਕੂਲਰ ਮੋਸ਼ਨ ਦੇ ਬਾਰੇ ਕੁਝ ਖਾਸ ਗੱਲਾਂ। यूनिफॉर्म सर्कुलर मोशन, क्योंकि ये यूनीफॉर्म लगाया बच्चे लगता यूनीफॉर्म मोशन है, नहीं, यूनीफॉर्म सर्कुलर मोशन है, मतलब जी बॉडी है सर्कल च मूव कर रही है। पर इनू ना इत्थे डिस्कस करना उत्थे करते हैं, उत्थे ना मेरे को सर्कल हुंदा है बनाने का आसान तरीका, इत्थे मेरे तो बनता नहीं, एवें डायग्राम वधिया बनना चाहिए। हाँ इत्थे बन यूनिफॉर्म सर्कुलर मोशन। तो कोई बॉडी सर्कल च मूव कर रही है, ट्रेजेक्टरी ये है, ठीक है? आ सेंटर है मोशन का, बॉडी इत्थे मूव कर रही है सर्कल के ऊपर, बॉडी यूनिफॉर्मली मूव कर रही, मतलब कि ओदी वेलोसिटी जो है, वेलोसिटी का मैग्नीट्यूड सेम रहता है। जिवें बॉडी मान लो, देखो इत्थे कुछ भी हो सकता है, बॉडी हो सकता है कि इधरों इधर मूव कर रही हो या इधरों इधर मूव कर रही, क्लॉकवाइज और एंटी क्लॉकवाइज, इतने में जो मर्जी कह सकता। सो आई एम जस्ट टॉकिंग अबाउट वेलोसिटी। सो आप कुछ भी शो कर देने हैं, मान लो इधर नहीं शो कर देने हैं, उधरों एंटी क्लॉकवाइज मूव कर रही है पॉजिटिव एंगल, तो मान लो इस जो बॉडी की वेलोसिटी है तो वो टेंजेंट होती है, तुहानूं पता है किसी मोमेंट ते आ वेलोसिटी, ते वेलोसिटी थोड़ी देर बाद जब पार्टिकल इत्थे पहुंचेगा तो पता है उसकी वेलोसिटी आ हो चुकी है, बदल चुकी है डायरेक्शन होती। फिर थोड़ी देर बाद जब इत्थे आ जाएगा ऊपर तो उसकी वेलोसिटी आ हो चुकी होगी टेंजेंट, तो इत्थे वेलोसिटी आ हो चुकी होगी, इत्थे वेलोसिटी आ हो चुकी होगी, क्योंकि वेलोसिटी कभी भी कर्व ही नहीं होंगी, वेलोसिटी हमेशा स्ट्रेट लाइन च शो करते हैं आप, हमेशा टेंजेंट है, टेंजेंट होंगी है इस गल ते
ਤੁਹਾਨੂੰ ਮੈਂ ਦੱਸ ਦੇਣਾ ਹੁਣੀ ਕਿ ਕਿਉਂ ਟੈਂਜੈਂਟ ਹੁੰਦੀ ਹੈ ਜਾਂ ਇਸ ਗੱਲ ਨੂੰ ਪਤਾ ਕਿਵੇਂ ਲੱਗਿਆ ਸਾਨੂੰ ਵੀ ਟੈਂਜੈਂਟ ਹੁੰਦੀ ਹੈ। ਅਸੀਂ ਤਾਂ ਉਹਨੂੰ ਕਹਿੰਦੇ ਆ ਗਾਟੀਆਂ ਲਾਉਂਦੇ ਹੁੰਦੇ ਸੀ ਅਸੀਂ ਪਹਿਲਾਂ, ਜੋ ਪਤੰਗ ਸਾਡੇ ਬੋਏ ਹੁੰਦੇ ਸੀ, ਪਤੰਗ ਹੁੰਦਾ ਨਹੀਂ ਸੀ ਕੋਈ ਪੱਲੇ ਥੱਲੇ, ਤੇ ਆਪਾਂ ਫਿਰ ਡੋਰ ਹੁੰਦੀ ਸੀ, ਡੋਰ ਨਾਲ ਵੱਟਾ ਬੰਨ ਕੇ ਗਾਟੀਆਂ ਲਾਉਣ ਲੱਗ ਜਾਂਦੇ ਸੀ। ਪਤਾ ਸਾਰਿਆਂ ਨੂੰ? ਤੁਸੀਂ ਕੀਤਾ ਕਦੀ? नहीं किता? No, sir. Yes, sir. सर मैं बहुत कितना है। ਉਹ ਪਤਾ ਕੀ ਕਰਦੇ ਆ ਉਹਦੇ ਚ ਨਾ ਉਹਨੂੰ ਬੰਨ ਲੈਂਦੇ ਆ ਬੱਟਾ ਜਾਂ ਤੇ ਬੱਟਾ ਬੰਨ ਕੇ ਘੁਮਾਉਣ ਲੱਗ ਜਾਂਦੇ, ਪੱਥਰ 'ਚ ਬੰਨ ਕੇ ਨਾ ਬੱਟਾ ਉਹਨੂੰ ਐ ਹੱਥ ਨਾਲ ਘੁਮਾਉਣ ਲੱਗ ਜਾਂਦੇ ਆ। पेड़ च फस जाता जब पतंग नहीं। ਹਾਂ ਪੇੜ ਤੋਂ ਬਸ ਤਾਰਾਂ ਤੋਂ हाँ जी, ਪਤੰਗ ਲਾਣਾ हाँ ਹੋਵੇ जी, हाँ जी। ਐ ਘੁਮਾਉਂਦੇ ਆ। ਦੇਖੋ ਇਸ ਤਰ੍ਹਾਂ ਮੰਨ ਲਓ ਇੱਥੇ ਇੱਕ ਥ੍ਰੈਡ ਵਿੱਚ ਮੈਂ ਬੰਨਿਆ ਹੋਇਆ ਪੱਥਰ ਤੇ ਮੈਂ ਇਹਨੂੰ ਐ ਘੁਮਾ ਰਿਹਾ ਗੋਲ 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 ਗੋਲ, ਠੀਕ ਆ। ਤੇ ਕਈ ਵਾਰ ਐ ਵਰਟੀਕਲ ਘੁਮਾਉਣ ਲੱਗ ਜਾਂਦੇ ਆ ਬੱਚੇ, ਬੜਾ ਖਤਰਾ ਹੁੰਦਾ ਹੈ। ਖਤਰਾ ਇਹ ਹੁੰਦਾ ਕਿ ਜੇ ਐ ਵਰਟੀਕਲ ਘੁਮਾ ਰਿਹਾ ਬੱਚਾ ਤੇ ਜਿੱਥੇ ਉਹ ਟੁੱਟ ਗਿਆ ਪੱਥਰ, ਜਿੱਥੇ ਉਹ ਧਾਗਾ ਟੁੱਟਿਆ ਉਹਨੇ ਪੱਥਰ ਨੇ ਸਿੱਧਾ ਟੈਂਜੈਂਸ਼ੀਅਲੀ ਜਾਣਾ ਹੁੰਦਾ ਹਮੇਸ਼ਾ। ਜੇ ਐ ਘੁਮਾ ਰਿਹਾ ਇੱਧਰ ਨੂੰ ਐ ਤੇ ਮੰਨ ਲਓ ਇੱਥੇ ਟੁੱਟ ਗਿਆ ਨਾ ਤਾਂ ਉਹਨੇ ਇੱਥੋਂ ਟੈਂਜੈਂਸ਼ੀਅਲ ਉਸ ਸਰਕਲ ਦੇ ਟੈਂਜੈਂਸ਼ੀਅਲੀ ਨਿਕਲ ਜਾਣਾ ਹੁੰਦਾ ਹੈ, ਕਿਉਂਕਿ ਜਿਵੇਂ ਪੱਥਰ ਟੁੱਟਿਆ ਉਹ ਆਜ਼ਾਦ ਹੋ ਜਾਂਦਾ ਵਾ ਸੈਂਟਰੀਪੀਟਲ ਫੋਰਸ ਤੋਂ। ਮੈਂ ਦੱਸਦਾ ਸੈਂਟਰੀਪੀਟਲ ਫੋਰਸ ਕੀ ਹੁੰਦਾ, ਤੇ ਉਹ ਪੱਥਰ ਫਿਰ ਟੈਂਜੈਂਸ਼ੀਅਲੀ ਜਾਂਦਾ ਹੈ ਅੱਗੇ ਨੂੰ ਜਾ ਕੇ ਸਿਰ ਸੁਰ 'ਚ ਵੱਜਦਾ ਹੈ। ਸੋ ਜਦੋਂ ਮੈਂ ਬਹੁਤ ਛੋਟਾ ਸੀ ਤਾਂ ਮੈਨੂੰ ਬਿਲਕੁਲ ਵੀ ਖਤਰਾ ਨਹੀਂ ਲੱਗਦਾ ਸੀ ਇਸ ਕੰਮ 'ਚ, ਤੇ ਮੈਨੂੰ ਲੱਗਦਾ ਐਵੇਂ ਪਤਾ ਨਹੀਂ ਲੋਕੀ ਸਾਨੂੰ ਭਜਾ ਦਿੰਦੇ ਆ ਜਿੱਥੇ ਅਸੀਂ ਗਾਟੀਆਂ ਗੁੱਟੀਆਂ ਲਾ ਰਹੇ ਹੁੰਦੇ, ਚਲੋ ਇੱਥੋਂ ਭੱਜੋ ਸਾਰੇ ਨੇ। ਤੇ ਪਰ ਜਦੋਂ ਮੈਂ ਵੱਡਾ ਹੋਇਆ ਫਿਰ ਮੈਨੂੰ ਸਮਝਾਇਆ ਕਿ ਭਾਈ ਇਹ ਤਾਂ ਪੰਗਾ ਹੈ, ਮਤਲਬ ਕਿਸੇ ਦੀ ਅੱਖ ਫੁੱਟ ਸਕਦੀ ਹੈ, ਸੋ ਖਤਰਨਾਕ ਹੁੰਦਾ ਕੰਮ ਇਹ। ਤੋ ਕਹਿੰਦਾ ਨਾ ਕਿ ਇਸ ਤਰ੍ਹਾਂ ਮਤਲਬ ਕੋਈ ਜਦੋਂ ਮੋਸ਼ਨ 'ਚ ਇਸ ਤਰ੍ਹਾਂ ਗੋਲ ਗੋਲ ਘੁੰਮ ਰਹੀ ਹੈ ਕੋਈ ਬਾਡੀ, ਕੋਈ ਆਬਜੈਕਟ, ਤਾਂ ਜੇ ਉਸਨੂੰ ਉਸਦੇ ਇੰਟਰਨਲ ਫੋਰਸ ਤੋਂ ਆਜ਼ਾਦ ਕਰ ਦਿੱਤਾ ਜਾਵੇ ਤਾਂ ਉਹਨੇ ਟੈਂਜੈਂਸ਼ੀਅਲੀ ਚੱਲ ਜਾਣਾ ਹਮੇਸ਼ਾ। ਵੈਲੋਸਿਟੀ ਦੀ ਜੋ ਡਾਇਰੈਕਸ਼ਨ ਹੈ ਉਸ ਜਗ੍ਹਾ ਤੇ ਟੈਂਜੈਂਸ਼ੀਅਲ ਹੁੰਦੀ ਹੈ, ਉਸ ਸਰਕੂਲਰ ਪਾਥ ਦੇ ਟ੍ਰੈਜੈਕਟਰੀ ਦੇ। ਟ੍ਰੈਜੈਕਟਰੀ ਹੈ ਉਹਦੀ ਇੱਕ ਤਰ੍ਹਾਂ, ਉੱਤੇ ਪੱਥਰ ਘੁੰਮ ਰਿਹਾ, ਠੀਕ ਹੈ ਜੀ ਗੱਲ। ਸੈਂਟਰੀਪੀਟਲ ਫੋਰਸ ਤੇ ਆਪਾਂ ਗੱਲ ਅੱਗੇ ਕਰਾਂਗੇ, ਉਹਦੀ ਆਪਾਂ ਨੂੰ ਹੁਣੇ ਲੋੜ ਨਹੀਂ ਹੈ, ਉਹ ਲਾਜ਼ ਆਫ ਮੋਸ਼ਨ 'ਚ ਕਰਾਂਗੇ। ਇੱਥੇ ਸੈਂਟਰੀਪੀਟਲ ਐਕਸਲਰੇਸ਼ਨ ਦੀ ਗੱਲ ਕਰਾਂਗੇ ਆਪਾਂ। ਐਕਸਲਰੇਸ਼ਨ ਕੀ ਹੁੰਦੀ ਹੈ? ਸੈਂਟਰੀਪੀਟਲ ਐਕਸਲਰੇਸ਼ਨ ਕੀ? ਪਹਿਲੀ ਗੱਲ ਤਾਂ ਐਕਸਲਰੇਸ਼ਨ ਕੀ ਹੁੰਦੀ ਹੈ। ਹੁਣ ਇੱਥੇ ਤੁਹਾਨੂੰ ਵੈਕਟਰਸ ਦਾ ਇੰਪੋਰਟੈਂਸ ਸਮਝ ਆਏਗਾ ਕਿ ਵੈਕਟਰਸ ਮੈਂ ਕਿਉਂ ਪੜ੍ਹਾਏ ਸੀ। ਦੇਖੋ ਜਿਹੜੀ ਇਹ ਵੈਲੋਸਿਟੀਜ਼ ਨੇ, ਜੇ ਹੁਣ ਦੇਖੋ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਪੇਪਰ 'ਚ ਕਿਵੇਂ ਗਲਤੀਆਂ ਕਰਦੇ ਹੋ। ਜੇ ਮੈਂ ਇਸ ਵੈਲੋਸਿਟੀ ਦਾ ਨਾਮ v ਵੈਕਟਰ ਰੱਖ ਦਵਾਂ ਮੰਨ ਲਓ, ਤੇ ਬਿਲਕੁਲ ਸੇਮ ਮੈਗਨੀਟਿਊਡ ਹੈ, ਇਹਦਾ ਨਾਮ ਕੀ ਰੱਖਾਂਗਾ ਫਿਰ? ਇਹਦਾ ਨਾਮ ਵੀ ਸੇਮ ਰਹੇਗਾ? Yes. नहीं, Yes, sir. No, sir. Magnitude same होगा, direction अलग होगी. are these vectors, this vector and this vector are same? No, sir. No, sir. If the two vectors are not equal, then how can you name them with the same symbol of vectors? है ना? Yes, sir. बहुत important ਗੱਲ ਹੈ ਕਿ velocity यूनिफॉर्म सर्कुलर मोशन ਦੇ ਵਿੱਚ ਪਹਿਲੀ ਗੱਲ ਤਾਂ ਇਹਨੂੰ यूनिफॉर्म ਕਿਉਂ ਕਹਿੰਦੇ ਆ, ਕਿਉਂਕਿ ਉਹਦੀ ਜਿਹੜੀ ਸਪੀਡ ਹੈ ਹਰ ਮੂਮੈਂਟ ਤੇ ਉਹ ਬਿਲਕੁਲ ਬਰਾਬਰ ਰਹਿੰਦੀ ਹੈ, ਮੈਗਨੀਟਿਊਡ ਬਰਾਬਰ ਰਹਿੰਦਾ ਹੈ। ਮੈਗਨੀਟਿਊਡ ਕਿਉਂ? ਉਹਨੇ ਸਮੇਂ ਦੇ ਵਿੱਚ ਬਰਾਬਰ ਐਂਗਲ ਕਵਰ ਕਰਦਾ ਹੈ। ਜਿਵੇਂ ਇੱਕ ਗੇੜਾ ਉਹਨੇ ਜੇ 2 ਮਿੰਟ ਚਲਾਇਆ ਤਾਂ ਅਗਲਾ ਵੀ 2 ਮਿੰਟ 'ਚ ਹੀ ਹੈ, ਅੱਧਾ ਗੇੜਾ 1 ਮਿੰਟ 'ਚ ਹੀ ਹੈ, ਫਿਰ 1/4 ਗੇੜਾ 30 ਸੈਕਿੰਡ 'ਚ ਹੀ ਹੈ, ਯਾਨੀ ਕਿ ਇਕੁਅਲ ਇੰਟਰਵਲ ਆਫ ਟਾਈਮ 'ਚ ਇਕੁਅਲ ਹੀ ਡਿਸਟੈਂਸ ਟਰੈਵਲ ਕਰ ਰਿਹਾ ਉਹਦੀ ਕਰਵ ਤੇ। ਉਹ ਯੂਨੀਫਾਰਮ ਹੈ, ਤੇ ਯੂਨੀਫਾਰਮ ਦਾ ਮਤਲਬ ਹੁੰਦਾ ਹੈ ਕਿ ਵੈਲੋਸਿਟੀ ਜੋ ਹੈ, ਵੈਲੋਸਿਟੀ ਉਹਦੀ ਕਿਸੇ ਵੀ ਮੂਵਮੈਂਟ ਤੇ ਸੇਮ ਨਹੀਂ ਹੈ। ਵੈਲੋਸਿਟੀ ਤਾਂ ਹਰ ਪਲ ਬਦਲ ਰਹੀ ਹੈ, ਕਿਉਂਕਿ ਵੈਲੋਸਿਟੀ ਦੀ ਡਾਇਰੈਕਸ਼ਨ ਬਦਲ ਰਹੀ ਹੈ ਹਰ ਪਲ। ਕਲੀਅਰ ਹੈ ਗੱਲ? Yes, sir. ਵੈਲੋਸਿਟੀ ਦੀ ਡਾਇਰੈਕਸ਼ਨ ਅਗਰ ਬਦਲ ਰਹੀ ਹੋਏਗੀ ਤਾਂ ਇਹਨਾਂ ਨੂੰ ਇੱਕਦਮ ਸੇਮ ਨਾਮ ਦੇਣਾ ਬਹੁਤ ਵੱਡਾ ਖਤਰਾ ਹੋਏਗਾ ਵੈਕਟਰ ਨੂੰ, ਵੈਕਟਰ ਐਲਜੈਬਰਾ ਨੂੰ, ਜਿਹੜਾ ਕੁਝ ਸਿਖਾਇਆ ਤੁਹਾਨੂੰ ਉਹਨੂੰ। ਸੋ ਇਹ ਬਣੇਗਾ v1 ਵੈਕਟਰ, ਤਾਂ ਇਹਦਾ ਨਾਮ ਪੱਕੀ ਗੱਲ ਆ v2 ਵੈਕਟਰ ਰੱਖਣਾ ਪੈਣਾ। ਇਹਦਾ ਨਾਮ ਤੁਹਾਨੂੰ v3 ਵੈਕਟਰ ਰੱਖਣਾ ਪੈਣਾ। ਇਹਦਾ ਨਾਮ ਤੁਹਾਨੂੰ v4 ਵੈਕਟਰ ਰੱਖਣਾ ਪੈਣਾ। ਇਹਦਾ ਨਾਮ ਤੁਹਾਨੂੰ v5 ਵੈਕਟਰ ਰੱਖਣਾ ਪੈਣਾ। ਇਹਦਾ ਨਾਮ v6 ਵੈਕਟਰ ਰੱਖਣਾ ਪੈਣਾ। ਇਹਦਾ ਨਾਮ v7 ਵੈਕਟਰ ਰੱਖਣਾ ਪੈਣਾ। ਤੇ ਇਸੇ ਤਰ੍ਹਾਂ ਹੋਰ ਵੀ ਵਿੱਚ ਪਾ ਲਓ ਤਾਂ ਉਹਨਾਂ ਦੇ ਨਾਮ ਤੁਹਾਨੂੰ ਬਦਲਨੇ ਪੈਣੇ। ਠੀਕ ਹੈ ਗੱਲ? Yes. Yes, sir. ਤੇ ਇੱਕ ਗੱਲ ਖਾਸ ਰੱਖਣੀ ਪੈਣੀ ਹੈ ਕਿ ਜਿਹੜਾ v1 ਵੈਕਟਰ ਹੈ
ਜਿਹੜਾ v2 ਵੈਕਟਰ ਹੈ ਆ ਦੇਖੋ ਮੋਡ ਪਾ ਰਿਹਾ ਮੈਂ, ਜਿਹੜਾ v3 ਵੈਕਟਰ ਹੈ, ਜਿਹੜਾ v4 ਵੈਕਟਰ ਹੈ ਐਂਡ ਸੋ ਔਨ, v8 ਵੈਕਟਰ ਹੈ, ਇਹ ਸਾਰਿਆਂ ਦਾ ਮੈਗਨੀਟਿਊਡ ਕੋਈ ਸੇਮ ਹੈ, ਉਹਦਾ ਨਾਮ v ਰੱਖ ਲਓ ਚਾਹੇ। that is ਜੋ ਸਪੀਡ ਹੈ ਪਾਰਟੀਕਲ ਦੀ ਲੀਨੀਅਰ ਡਿਸਟੈਂਸ ਕਵਰ ਕਰਨ ਦੀ, ਉਹ v ਹੈ। ਕਲੀਅਰ ਹੈ ਗੱਲ? बट वेक्टर फॉर्म च बराबर है, यानी कि v1 वेक्टर इज नॉट इक्वल टू v2 वेक्टर, बट v1 वेक्टर दा मैग्नीट्यूड is equal to magnitude बराबर है, of ਉਹਨੂੰ ਆਪਾਂ v vector. ਕਹਿ ਸਕਦੇ, ਇਹਦਾ ਨਾਮ v ਰੱਖ ਸਕਦੇ ਕਿਉਂਕਿ ਮੈਗਨੀਟਿਊਡ ਹੈ ਇਕੱਲਾ ਹੈ v से। ਇਹ ਗੱਲ ਸਮਝ ਲੱਗੀ ਸਾਰਿਆਂ ਨੂੰ? Yes, sir. Yes, sir. ਇਹ ਬਹੁਤ ਇੰਪੋਰਟੈਂਟ ਗੱਲ ਸੀ। ਹੁਣ ਮੈਂ ਇਹ ਕਹਿ ਰਿਹਾ ਕਿ ਜਿਹੜੀ ਆਪਣੀ ਲੀਨੀਅਰ ਵੈਲੋਸਿਟੀ ਇਹਨੂੰ ਆ ਜਿਹੜਾ v ਹੈ ਨਾ, ਇਹਨੂੰ ਬੋਲਦੇ ਆ ਲੀਨੀਅਰ ਵੈਲੋਸਿਟੀ, ਕਿਉਂਕਿ ਇਹ ਲੀਨੀਅਰਲੀ ਆਬਜੈਕਟ ਜੋ ਡਿਸਟੈਂਸ ਟਰੈਵਲ ਕਰ ਰਿਹਾ। कोई कुछ पूछ रहे? चलो, तो जो कोई ऑब्जेक्ट मूव करता है इस तरह का एक होर वेलोसिटी होती है, एंगुलर वेलोसिटी कहते हैं। जिवें लीनियर वेलोसिटी तो होती है डिस्प्लेसमेंट अपॉन टाइम टेकन, है ना। ते एक होती है कि मान लो ऑब्जेक्ट ने इत्थों मान लो t इक्वल टू 0 टाइम ते मान लो इत्थे सीगा, ते t टाइम ते मान लो इत्थे पहुंच गया, है ना। ਤੇ t ਟਾਈਮ ਤੇ ਇੱਥੇ ਪਹੁੰਚ ਗਿਆ ਤਾਂ ਉਹਨੇ ਪਾਰਟੀਕਲ ਨੇ ਇੱਥੇ ਸੀਗਾ ਪਹਿਲਾਂ ਸਰਕਲ ਤੋਂ, ਜੇ ਉਹਨੂੰ ਦੇਖਿਆ ਰੇਡੀਅਸ ਵੈਕਟਰ ਦਾ ਇੱਥੇ ਸੀਗਾ, ਹੁਣ ਇੱਥੇ ਪਹੁੰਚ ਗਿਆ। ਤਾਂ ਇਹਦੇ ਜਿੰਨਾ ਐਂਗਲ ਕਵਰ ਕੀਤਾ ਉਹਨੇ, ਮੰਨ ਲਓ ਥੀਟਾ ਕਵਰ ਕੀਤਾ, ਤਾਂ ਜਿੰਨਾ ਉਹਨੇ ਐਂਗਲ ਕਵਰ ਕੀਤਾ ਅਜੇ ਇੱਥੇ ਤਾਂ ਕਾਂਸਟੈਂਟ ਹੀ ਹੈ ਸਭ ਕੁਝ, ਕਿਉਂਕਿ ਯੂਨੀਫਾਰਮ ਹੀ ਹੈ, ਤੇ ਬਟਾ ਟਾਈਮ ਟੇਕਨ, ਤੇ ਇਹਨੂੰ ਕਹਿੰਦੇ ਨੇ ਐਂਗੂਲਰ ਵੈਲੋਸਿਟੀ। ਕੀ ਬੋਲਦੇ ਆ? Angular velocity. ਐਂਗੂਲਰ ਵੈਲੋਸਿਟੀ ਸਿੰਪਲ ਜੀ ਗੱਲ ਹੈ, ਐਂਗਲ ਅਪॉन ਟਾਈਮ। इसलिए ਲੀਨੀਅਰ ਵੈਲੋਸਿਟੀ ਜਿਹੜੀ ਹੁੰਦੀ ਹੈ ਉਹਦੀ ਡਾਈਮੈਂਸ਼ਨਸ ਤਾਂ ਹੁੰਦੀਆਂ ਨੇ lt-1, ਪਰ ਜਿਹੜੀ ਐਂਗੂਲਰ ਵੈਲੋਸਿਟੀ ਹੁੰਦੀ ਹੈ ਓਮੇਗਾ, ਉਹਦੀ ਡਾਈਮੈਂਸ਼ਨਸ ਹੁੰਦੀਆਂ ਨੇ t-1. ਕਿਉਂਕਿ ਇਹ ਚ ਥੀਟਾ ਤਾਂ ਹੁੰਦਾ ਹੀ ਨਹੀਂ ਹੈ, ਥੀਟਾ ਦੀ ਡਾਈਮੈਂਸ਼ਨ ਤਾਂ ਆਉਂਦੀ ਨਹੀਂ ਕੋਈ। ਰੇਡੀਅਨ ਪਰ ਯੂਨਿਟਸ ਵਿੱਚ ਰੇਡੀਅਨ ਪਰ ਸੈਕਿੰਡ ਕਹਿੰਦੇ, ਪਰ ਸੈਕਿੰਡ ਰੇਡੀਅਨ ਪਰ ਸੈਕਿੰਡ, ਉਹ ਯੂਨਿਟਸ ਤੋਂ ਪਤਾ ਲੱਗ ਜਾਂਦਾ। ਜੇ ਤੁਹਾਨੂੰ ਕੋਈ ਕੁਐਸਚਨ ਪੁੱਛੇ ਨਾ ਪੇਪਰ 'ਚ ਆ ਜਾਵੇ ਕਿ ਕੀ ਕੋਈ ਇਦਾਂ ਦੀ ਕੁਆਂਟੀਟੀ ਹੈ ਜਿਹਦੀ ਡਾਈਮੈਂਸ਼ਨਸ ਨਾ ਹੋਣ ਪਰ ਯੂਨਿਟਸ ਹੋਣ, ਤਾਂ ਕਈ ਵਾਰ ਬੱਚੇ ਕਹਿੰਦੇ ਨਹੀਂ ਇਦਾਂ ਦੀ ਨਹੀਂ ਹੋ ਸਕਦੀ, ਪਰ ਹੁੰਦੀ ਹੈ। ਐਂਗਲ ਦੀ ਡਾਈਮੈਂਸ਼ਨਸ ਨਹੀਂ ਹੈਗੀਆਂ ਕੋਈ MLT ਜਾਂ ਕੁਝ ਵੀ, ਪਰ ਯੂਨਿਟਸ ਤਾਂ ਹੈਗੀਆਂ ਨੇ ਨਾ, ਰੇਡੀਅਨ, t ਰੇਡੀਅਨ, ਐਂਗਲ, ਸੋਲਿਡ ਐਂਗਲ ਦੀ। ਸੋ ਐਂਗਲ ਇਜ਼ ਅ ਡਾਈਮੈਂਸ਼ਨਲੈਸ ਕੁਆਂਟੀਟੀ ਬਟ ਨਾਟ ਯੂਨਿਟਲੈਸ ਕੁਆਂਟੀਟੀ। ਆ ਆਪਣੀ ਐਂਗੂਲਰ ਵੈਲੋਸਿਟੀ ਕਹਿੰਦੇ ਆਪਾਂ ਥੀਟਾ ਬਟਾ t ਟਾਈਮ। ਇਹਨਾਂ ਨੂੰ ਰਿਲੇਟ ਕਰਦੇ ਆਪਾਂ ਤੇ ਕੁਝ ਗੱਲਾਂ ਕਰਦੇ ਆ ਇਹਦੇ ਬਾਰੇ। ਹੁਣ ਮੈਂ ਸਿਰਫ ਆਪਣੇ ਮਤਲਬ ਜਿੰਨੀ ਗੱਲ ਇਹ ਚੋਂ ਕੱਢੂੰਗਾ ਕਿ ਜੇ ਮੈਂ ਇਹ ਚ ਐਕਸਲਰੇਸ਼ਨ ਕੈਲਕੂਲੇਟ ਕਰਨੀ ਹੋਵੇ ਤਾਂ ਉਹਦਾ ਕੀ ਆਪਣਾ ਹੁੰਦਾ ਹੋਏਗਾ। ਆਪਾਂ ਬੇਸਿਕਲੀ ਜੋ ਟੌਪਿਕ ਕਰਨ ਜਾ ਰਹੇ ਹਾਂ ਯੂਨੀਫਾਰਮ ਐਕਸਲਰੇਟਡ ਮੋਸ਼ਨ ਚ, और टॉपिक है सेंट्रीपिटल एक्सेलरेशन ਦਾ। ਇਹਨੂੰ 4 ਲਾਜ਼ ਆਫ ਮੋਸ਼ਨ ਚ ਹੋਰ ਬਾਤ ਚੰਗੀ ਤਰ੍ਹਾਂ ਡਿਸਕਸ ਕਰਾਂਗੇ ਆਪਾਂ। ਤੇ ਇਹ ਜੇ ਮੈਂ ਕਹਿੰਦਾ ਮੰਨ ਲਓ ਕਿਸੇ ਪਾਰਟਿਕੂਲਰ ਟਾਈਮ t ਇਕੁਅਲ ਟੂ 0 ਤੇ ਮੰਨ ਲਓ ਵੈਲੋਸਿਟੀ ਜੋ ਹੈ ਉਹ ਇੱਥੇ ਹੈ, ਤੇ ਇੰਨੀ ਹੈ, ਤੇ ਥੋੜੀ ਦੇਰ ਬਾਅਦ ਇੱਥੇ ਹੈ ਤੇ ਇੰਨੀ ਹੈ, ਯਾਨੀ ਕਿ ਹੈ ਤਾਂ ਬਰਾਬਰ ਹੀ, ਪਰ ਉਹਨਾਂ ਦਾ ਉਹ ਅਲੱਗ-ਅਲੱਗ ਹੈ। ਆਪਾਂ ਇਹਨੂੰ v1 ਕਹਿ ਦਿੰਦੇ ਆ, ਇਹਨੂੰ v2 ਕਹਿ ਦਿੰਦੇ ਆ। ਇਹ ਮੰਨ ਲਓ 0 ਟਾਈਮ ਤੇ ਜਾਂ t ਟਾਈਮ ਤੇ, t1 ਟਾਈਮ ਤੇ ਆ, 0 ਟਾਈਮ ਹੀ ਲੈ ਲਓ। ਇਹ ਟਾਈਮ ਹੈਗਾ ਵਾ ਜਦੋਂ 0 ਤੋਂ ਸ਼ੁਰੂ ਹੋਇਆ, ਇੱਥੇ ਜਦੋਂ ਪਹੁੰਚੀ ਹੈ ਤਾਂ ਟਾਈਮ ਕਿੰਨਾ ਹੋ ਗਿਆ ਇਕੁਅਲ ਟੂ t। ਤੇ ਇਹਦੇ ਨਾਲ ਜਿਹੜਾ ਰੇਡੀਅਸ ਵੈਕਟਰ ਜਿਹੜਾ ਆ, ਜੇ ਆਪਾਂ ਗੱਲ ਕਰੀਏ ਰੇਡੀਅਸ ਦੀ, ਜੋ ਰੇਡੀਅਸ ਉਹਦਾ ਰੋਟੇਟ ਹੋ ਰਿਹਾ ਸਮਝ ਲਓ, ਉਹਦੇ ਅਕੋਰਡਿੰਗ ਪੋਜੀਸ਼ਨ ਜੇ ਓਰੀਜਨ ਤੋਂ ਬਣਾਈਏ ਤਾਂ ਇਹਦੀ ਜਿਹੜੀ ਆ ਰੇਡੀਅਸ ਹੋਏਗਾ ਇੱਥੇ, ਇਹ ਮੰਨ ਲਓ r ਹੈ, ਤਾਂ ਆ ਰੇਡੀਅਸ ਵੀ r ਹੀ ਹੋਏਗਾ ਇਨ ਮੈਗਨੀਟਿਊਡ। ਜੇ ਵੈਕਟਰ ਗੱਲ ਕਰਦਾ ਡਾਇਰੈਕਸ਼ਨ ਤਾਂ ਅਲੱਗ ਕਰਦਾ,
ਪਰ ਮੈਂ ਵੈਕਟਰ ਨਹੀਂ ਸ਼ੋ ਕਰ ਰਿਹਾ, ਇਹਨੂੰ r ਨੂੰ ਮੈਂ ਸਿਰਫ ਵੈਕਟਰ ਵੈਲੋਸਿਟੀ ਨੂੰ ਸ਼ੋ ਕਰ ਰਿਹਾ। ਤਾਂ ਇੱਥੇ ਜਿਹੜਾ ਵੈਲੋਸਿਟੀ ਵਿੱਚ ਚੇਂਜ ਆਇਆ, ਇੱਥੇ ਹੀ ਤਾਂ ਮੈਂ ਸਮਝਾਇਆ ਸੀ ਨਾ ਤੁਹਾਨੂੰ ਕਿ ਵੈਲੋਸਿਟੀ ਚੇਂਜ ਇੱਥੇ ਮੈਟਰ ਕਰਦਾ ਹੈ। ਇੱਥੇ ਜੇ ਮੈਂ ਸੈਂਟਰੀਪੀਟਲ ਐਕਸਲਰੇਸ਼ਨ ਦੀ ਗੱਲ ਕਰਾਂ, ਇਨ ਕੇਸ ਆਫ ਯੂਨੀਫਾਰਮ ਮੋਸ਼ਨ, ਇੱਥੇ ਲੈਟ v1 is velocity of object at time 0 and v2 is velocity at time t। ठीक है, सो velocities ने ਜਿਹੜੀਆਂ ਇਹ ਨੇ ਤੇ ਆਪਾਂ ਫਿਰ ਚੇਂਜ ਇਨ velocity ਕਿਵੇਂ ਕੈਲਕੂਲੇਟ ਕਰਾਂਗੇ, ਵਾਟ ਇਜ਼ ਮੀਨ ਬਾਈ ਚੇਂਜ, ਕਿਉਂਕਿ ਆਪਾਂ ਨੂੰ ਐਕਸਲਰੇਸ਼ਨ ਪਤਾ ਕਰਨੀ ਹੈ ਟੋਟਲ ਆਬਜੈਕਟ ਕਿੰਨੀ ਪੈਦਾ ਹੋ ਰਹੀ ਹੈ। ਤਾਂ ਚੇਂਜ ਇਨ velocity ਤੁਹਾਡੇ ਲਈ ਬਹੁਤ ਇੰਪੋਰਟੈਂਟ ਗੱਲ ਹੈ ਕਿ ਤੁਸੀਂ ਚੇਂਜ ਇਨ velocity ਪਤਾ ਕਰ ਸਕਦੇ। ਐਂਡ ਚੇਂਜ ਇਨ velocity ਜੇ ਤੁਸੀਂ ਪਤਾ ਕਰਨੀ ਹੈ ਤਾਂ ਉਹਦੇ ਲਈ ਉਹ v2 v1 ਹੋਏਗਾ ਨਾ। Yes sir। ਵੈਕਟਰ ਫਾਰਮ ਚ ਹੋਏਗਾ, ਨਹੀਂ ਤਾਂ ਤੁਸੀਂ ਕਹਿੰਦੇ velocity ਚੇਂਜ ਨਹੀਂ ਹੋਈ ਹੈ, ਡਾਇਰੈਕਸ਼ਨ ਬਦਲੀ ਹੈ। ਕੱਲੀ ਡਾਇਰੈਕਸ਼ਨ ਬਦਲਣ ਨਾਲ ਵੀ ਵੈਕਟਰ ਬਦਲ ਜਾਂਦਾ ਹੈ। a ਵੈਕਟਰ ਤੇ b ਵੈਕਟਰ ਦਾ ਮੈਗਨੀਟਿਊਡ ਸੇਮ ਹੋਵੇ ਤਾਂ a ਵੈਕਟਰ b ਵੈਕਟਰ ਦਾ ਮੈਗਨੀਟਿਊਡ 0 ਨਹੀਂ ਹੁੰਦਾ। ਤੁਹਾਨੂੰ ਪਤਾ ਹੈ ਗੱਲ, ਇਹ ਕੁਐਸਚਨ ਵੀ ਪਾਇਆ ਸਬਜੈਕਟਿਵ ਦੇ। ਤਾਂ ਇੱਥੇ ਆ ਜਿਹੜੀ ਚੇਂਜ ਇਨ velocity ਹੈ, ਜੇ ਮੈਂ ਇਹਦਾ ਮੈਗਨੀਟਿਊਡ ਪਤਾ ਕਰ ਲਵਾਂ ਤਾਂ ਮੈਨੂੰ ਪਤਾ ਲੱਗੇਗਾ ਟੋਟਲ ਚੇਂਜ ਇਨ velocity ਕਿੰਨੀ ਹੈ। ਹੁਣ ਮੈਂ ਡੈਲਟਾ v ਕਹਿ ਦਵਾਂ, ਡੈਲਟਾ v ਵੈਕਟਰ ਕਰਕੇ ਵੀ ਐਂ ਕਰ ਸਕਦਾ, ਪਰ ਬਾਤ ਬੇਸਿਕਲੀ ਕੀ ਹੈ, ਮੈਂ ਕੱਲੇ ਮੈਗਨੀਟਿਊਡ ਦੀ ਗੱਲ ਕਰਨੀ ਹੈ। ਮੋਡ ਪਾਇਆ ਤਾਂ ਇਸ ਪਾਸੇ ਮੈਂ ਇਹਨੂੰ ਵੀ ਸਿੰਬਲ ਨਹੀਂ ਪਾਵਾਂ, ਡੈਲਟਾ v ਕਹਿ ਦਵਾਂ, ਚੇਂਜ ਇਨ velocity ਆ ਜਾਏਗਾ। ਟਾਈਮ ਟੇਕਨ ਕਿੰਨਾ ਆਏਗਾ t। ਤਾਂ ਫਿਰ ਇੱਥੇ ਜਿਹੜੀ ਐਕਸਲਰੇਸ਼ਨ ਆਏਗੀ ਕਿ ਉਹ ਚੇਂਜ ਇਨ velocity ਬਾਈ ਚੇਂਜ ਇਨ ਟਾਈਮ ਜਾਂ 0 to t ਹੈ ਨਾ, डेल्टा v by t। ਹਾਂ ਆ ਜਾਏਗਾ। ਡੈਲਟਾ ਵੀ ਪਤਾ ਲੱਗ ਜੇ ਬਸ। ਹੁਣ ਡੈਲਟਾ ਵੀ ਪਤਾ ਲੱਗਣ ਲਈ ਕੀ ਹੁੰਦਾ ਆ, ਇੱਥੇ ਮੈਂ ਬਹੁਤ ਸਿੰਪਲ ਤਰੀਕੇ ਨਾਲ ਲੈ ਕੇ ਜਾਊਂਗਾ ਡੈਰੀਵੇਸ਼ਨ ਨੂੰ ਤੁਹਾਡੇ ਸਾਹਮਣੇ। ਫਿਲਹਾਲ ਆਪਾਂ ਕੀ ਕਰਦੇ ਹਾਂ, ਆਪਾਂ ਆ ਜਿਹੜੀ velocity ਹੈ ਨਾ ਆਪ v1, ਇਹਨੂੰ ਚੱਕ ਕੇ ਪਹਿਲਾਂ ਇੱਥੇ ਰੱਖੀਏ ਅਲੱਗ ਇੱਕ ਪੁਆਇੰਟ ਤੇ। ਆਈ ਹੈ ਨਾ v1 ਤੇ v2 ਜਿਹੜੀ ਆ ਵਾਲੀ ਹੈ, v2 ਨੂੰ ਵੀ ਚੱਕ ਕੇ ਇੱਥੇ ਐਂ ਰੱਖੀਏ। बिल्कुल पैरेलल। हाँ पैरेलल होगी लगभग, चलो कोई नहीं, माड़ा मोटा तो चलूगी। सो आ जी v1 velocity है, देखो मैं इत्थे चक के रखती सामने, एक ही पॉइंट तो ड्रॉ कर ली रफ च, ते v2 velocity चक के इत्थे ही पॉइंट ते रख दी, v2 velocity ये भी रख ली। तो v2 वेक्टर माइनस v1 वेक्टर बाय ट्रायंगल लॉ की होएगा, हेड नु जॉइन कर आएगा ना। यस सर। माइनस v1 वेक्टर फाइनल जिथे माइनस इनिशियल जिथे ਆਪਾਂ ਇਹੀ ਕਰਦੇ v2 वेक्टर माइनस v1 वेक्टर होएगा, या फिर ਇਸ ਨੂੰ ਆਪਾਂ डेल्टा v ਇਹਦਾ ਜਿਹੜੀ ਲੈਂਥ ਹੋਏਗੀ, ਇਹਦੀ ਲੈਂਥ ਉਹ डेल्टा v ਹੋਏਗੀ। ਤੇ ਇੱਥੇ v1 ਤੇ v2 ਚ ਐਂਗਲ ਕਿੰਨਾ ਆਏਗਾ, ਆਪਾਂ ਇਹ ਦੇਖਣ ਤੋਂ ਪਹਿਲਾਂ ਆ ਦੇਖ ਲਈਏ ਵੀ ਇੱਥੇ ਐਂਗਲ ਕਿੰਨਾ ਆਏਗਾ। रेडियस ਦੇ ਵਿੱਚ ਮੰਨ ਲਓ ਐਂਗਲ ਥੀਟਾ ਹੈ, ਮੰਨ ਲਓ ਇਸ ਬੋਡੀ ਨੇ ਇੱਥੋਂ ਇੱਥੇ ਪਹੁੰਚਦੇ ਤੱਕ ਥੀਟਾ ਐਂਗਲ ਕਵਰ ਕੀਤਾ। ਤਾਂ ਤੁਸੀਂ ਦੇਖੋ ਵੀ ਆ v1 ਤੇ v2 ਚ ਐਂਗਲ ਜਿਹੜਾ ਆ ਵਾਲਾ ਹੋਏਗਾ, ਆ ਐਂਗਲ ਕਿੰਨਾ ਹੋਏਗਾ, ਕੀ ਆ ਵੀ ਥੀਟਾ ਨਹੀਂ ਹੋਏਗਾ, ਕਿਉਂਕਿ ਇੱਥੇ ਦੇਖੋ r ਜਿਹੜਾ ਹੈ ਆ ਵਾਲਾ r, ਇਹ r ਇਸ v1 ਦੇ ਪਰਪੈਂਡੀਕੁਲਰ ਹੈ। यस सर। ਇਹ r ਇਸ v2 ਦੇ ਪਰਪੈਂਡੀਕੁਲਰ ਹੈ। यस सर। ਇਹਨਾਂ ਦੋਨੋਂ ਆਰਸ ਦੇ ਵਿੱਚ ਰੇਡੀਅਸ ਦੇ ਵਿੱਚ ਥੀਟਾ ਐਂਗਲ ਹੈ, ਤਾਂ ਇਹ ਦੋਨੋਂ ਵੈਲੋਸਿਟੀ ਵਿੱਚ ਵੀ ਐਂਗਲ ਥੀਟਾ ਹੀ ਹੋਣਾ ਚਾਹੀਦਾ, ਫਿਰ ਐਂਗਲ ਬਿਟਵੀਨ देयर परपेंडिकुलर्स ਹੈ ਨਾ। ਸੋ ਜੇ ਮੈਂ ਇੱਥੇ ਗੱਲ ਕਰਾਂ ਕਿ ਵੈਰੀ ਸਮਾਲ ਹੈ, ਮਤਲਬ ਟਾਈਮ ਵੈਰੀ ਸਮਾਲ ਲਿਆ ਮੈਂ, ਐਂਗਲ ਵੈਰੀ ਸਮਾਲ ਹੈ, ਸਭ ਕੁਝ ਵੈਰੀ ਸਮਾਲ ਹੈ, ਐਂਗਲ ਵੈਰੀ ਸਮਾਲ। ਜਦੋਂ ਐਂਗਲ ਵੈਰੀ ਸਮਾਲ ਹੈ ਤਾਂ ਬੇਸਿਕਲੀ थीटा ਆਪਾਂ ਇੱਥੇ ਆਰਕ ਆਪਾਂ ਰੇਡੀਅਸ ਦੀ ਲਿਖੀ ਆਪਾਂ ਯੂਜ਼ ਕਰਨ ਜਾ ਰਹੇ ਹਾਂ ਐਂਗਲ ਦਾ ਫਾਰਮੂਲਾ, ਜੋ ਕਿ ਹੁੰਦਾ ਹੈ ਆਰਕ ਲੈਂਥ डिवाइडेड बाय रेडियस। ਇਹ ਚੀਜ਼ ਮੈਂ ਯੂਜ਼ ਕਰੂੰਗਾ ਇੱਥੇ, ਪਹਿਲਾਂ ਇੱਥੇ ਯੂਜ਼ ਕਰਨਾ। ਇੱਥੇ ਜਿਹੜੀ ਆਰਕ ਲੈਂਥ ਹੈ ਆ ਵਾਲੀ, ਇਹ ਆਲਮੋਸਟ ਸਿੱਧੀ ਮੰਨ ਲਓ, ਕਿਉਂਕਿ ਥੀਟਾ ਵੈਰੀ ਸਮਾਲ ਆਪਾਂ ਮੰਨ ਲਓ ਲੈ ਕੇ ਚੱਲ ਰਹੇ ਹਾਂ, ਆਪਾਂ ਬਹੁਤ ਇੱਕ ਮੂਮੈਂਟ ਤੇ ਗੱਲ ਕਰ ਰਹੇ ਹਾਂ, ਇੰਸਟੈਂਟੇਨੀਅਸ कैलकुलेट कर रहे हैं एक्सेलरेशन।
ਤੇ ਆਹ ਜਿਹੜੀ ਲੈਂਥ ਹੈ ਆਹ ਵਾਲੀ, ਇਹਦਾ ਨਾਮ ਆਪਾਂ ਕੀ ਰੱਖੀਏ, ਡੈਲਟਾ ਐਲ ਰੱਖ ਦਿੰਦੇ ਹਾਂ। ਠੀਕ ਹੈ, ਆਏ ਚ ਡੈਲਟਾ ਐਲ ਰੱਖ ਦਿੰਦੇ ਜਿਹੜਾ ਡਿਸਟੈਂਸ ਟਰੈਵਲਡ ਹੋਏਗਾ। ਤਾਂ ਇੱਥੇ ਥੀਟਾ ਦੀ ਵੈਲਿਊ ਕੀ ਆਏਗੀ, ਇਥੋਂ ਡੈਲਟਾ ਐਲ ਬਟਾ ਆਰ ਆਏਗਾ ਕਿ ਨਹੀਂ, है ना? Yes sir. Yes sir. ਤੇ ਇੱਥੇ ਵੀ ਤਾਂ ਥੀਟਾ ਕੈਲਕੂਲੇਟ ਕਰ ਸਕਦੇ ਨਾ ਨੀਚੋਂ, ਉਹ ਡੈਲਟਾ v ਦੀ ਲੈਂਥ ਬਟਾ r ਮਤਲਬ ਇਹਦੀ ਲੈਂਥ ਜਿਹੜੀ ਹੋਏਗੀ, ਇਹਦੀ ਲੈਂਥ ਕਿੰਨੀ ਹੈਗੀ v, ਕਿਉਂਕਿ v1 ਦਾ ਮੈਗਨੀਟਿਊਡ ਤੇ v2 ਦਾ ਮੈਗਨੀਟਿਊਡ ਅਸਲ ਵਿੱਚ ਆਪਾਂ v ਲੈ ਕੇ ਚੱਲ ਰਹੇ ਸ਼ੁਰੂ ਤੋਂ, ਹੈ ਨਾ? ਤਾਂ r ਕੋਈ ਕੀ ਆਪਣੀ ਹੁਣ ਇੱਕ ਤਰ੍ਹਾਂ ਬਹੁਤ ਛੋਟੀ ਆਪਾਂ ਉਹਦੀ ਗੱਲ ਕਰ ਰਹੇ ਹਾਂ, ਤੇ ਆਲਮੋਸਟ ਸਟ੍ਰੇਟ ਜਿਹੜੀ ਆਰਕ ਹੋ ਸਕਦੀ, ਤੇ ਆਰਕ ਥੀਟਾ ਹੈ ਆਪਣਾ, ਥੀਟਾ ਇਜ਼ ਆਰਕ ਅਪਨ ਰੇਡੀਅਸ। ਰੇਡੀਅਸ ਇੱਥੇ ਕੀ ਆਏਗਾ, ਇਹਦਾ ਮੈਗਨੀਟਿਊਡ ਆਏਗਾ, ਇੱਥੇ ਇਕੱਲਾ ਰੇਡੀਅਸ ਆਰ ਆਇਆ ਸੀ, तो डेल्टा v बाय v आ गया थीटा। Yes sir. तो ਆਪਾਂ ਥੀਟਾ ਨੂੰ ਜੇ ਲਿਖੀਏ ਤਾਂ ਉੱਥੋਂ ਇੱਕ ਪਾਸੇ ਤਾਂ ਥੀਟਾ ਆ ਰਿਹਾ ਡੈਲਟਾ l ਬਾਈ r, ਇੱਕ ਪਾਸੇ ਆ ਰਿਹਾ Delta v by v. ਹੁਣ ਤੁਸੀਂ ਕੀ ਕਰੋ, ਜਿਹੜਾ ਇਹ ਡੈਲਟਾ l ਹੈ ਇਹਨੂੰ ਇੱਥੇ ਪੈ ਰਹਿਣ ਦਿਓ, r ਨੂੰ ਉਧਰ ਮਲਟੀਪਲਾਈ ਕਰੋ, v ਕਾਂਸਟੈਂਟ ਹੀ ਹੈ, ਡੈਲਟਾ v ਇੱਥੇ ਆ ਗਿਆ। ਹੁਣ ਤੁਸੀਂ ਦੋਨੋਂ ਪਾਸੇ ਕੀ ਕਰੋ, ਡੈਲਟਾ t ਨਾਲ ਡਿਵਾਈਡ ਕਰ ਦਿਓ, ਕਿਉਂਕਿ ਤੁਹਾਨੂੰ ਐਕਸਲਰੇਸ਼ਨ ਚਾਹੀਦੀ ਨਾ, ਬਲਕਿ ਡੈਲਟਾ v ਨੂੰ ਵੱਖਰਾ ਕਰੋ, ਇਹਨੂੰ ਨਾ ਕਰੋ, ਡੈਲਟਾ v ਨੂੰ ਵੱਖਰਾ ਕਰੋ। डेल्टा v ਜਿਹੜਾ ਆਏਗਾ ਉਹ ਕੀ ਆਏਗਾ, v over r डेल्टा l ਆਏਗਾ ਨਾ। ਤਾਂ ਦੋਨੋਂ ਪਾਸੇ डेल्टा t ਨਾਲ ਡਿਵਾਈਡ ਕਰੋਗੇ ਤਾਂ ਕੀ ਬਣੇਗਾ, ਦੇਖੋ ਹੁਣ डेल्टा v by t, v over r डेल्टा l by t। ਆ ਕੀ ਬਣਿਆ, ਮੈਨੂੰ ਆ ਦੇਖੋ, ਧਿਆਨ ਨਾਲ ਦੇਖੋ, ਇਸ ਡਾਇਗਰਾਮ ਦੇ ਵਿੱਚ डेल्टा l ਹੈਗਾ ਉਸ ਆਬਜੈਕਟ ਦਾ ਡਿਸਟੈਂਸ ਉਹਨੇ ਕਿੰਨਾ ਟਰੈਵਲ ਕੀਤਾ ਹੈ ਨਾ, ਤੇ ਬਟਾ ਟਾਈਮ ਟੇਕਨ। ਤਾਂ ਆ ਇਹਦੀ ਕੀ ਲੀਨੀਅਰ ਵੈਲੋਸਿਟੀ ਨਹੀਂ ਆ ਰਹੀ v, ਉਹੀ ਜੋ ਆਪਾਂ ਲੈ ਕੇ ਚੱਲ ਰਹੇ ਸੀ, ਹੈ? ਕਿਉਂਕਿ ਡੈਲਟਾ l ਕੀ ਆ, ਉਹਦੀ ਆਰਕ ਦੇ ਅਲੋਂਗ ਜੋ ਮੂਵ ਕਰ ਰਿਹਾ ਤਾਂ ਉਹਦਾ ਮੰਨ ਲਓ ਕਿਸੇ ਪਾਰਟੀਕੂਲਰ ਥੋੜੇ ਟਾਈਮ ਆ ਡਿਸਟੈਂਸ ਹੋ ਗਿਆ ਡੈਲਟਾ l, ਬਟਾ ਟਾਈਮ ਕਰਦਾ ਤਾਂ ਫਿਰ ਡਿਸਟੈਂਸ ਅਪਨ ਟਾਈਮ, ਇੱਥੇ ਦੀ ਵੈਲੋਸਿਟੀ ਆ ਗਈ ਉਹਦੀ, ਕਿੰਨੀ ਹੈ ਵੈਲੋਸਿਟੀ, ਤੇ ਆ ਤਾਂ ਮੈਗਨੀਟਿਊਡ v ਆ ਜਾਏਗਾ ਇਕੱਲਾ, ਤੇ ਆ ਕੀ ਆਏਗਾ Acceleration. ਤਾਂ ਐਕਸਲਰੇਸ਼ਨ ਜਿਹੜੀ ਆਈ ਉਹ ਆਪਣੀ ਆ ਗਈ v ਸਕੁਅਰ ਓਵਰ r, ਐਂਡ ਦਿਸ ਇਜ਼ ਵੈਰੀ ਇੰਪੋਰਟੈਂਟ। ਐਂਡ ਇਸ ਐਕਸਲਰੇਸ਼ਨ ਦੀ ਡਾਇਰੈਕਸ਼ਨ ਕੀ ਹੋਏਗੀ, ਤੁਸੀਂ ਦੇਖੋ ਆਹੀ ਡਾਇਰੈਕਸ਼ਨ ਹੋਏਗੀ ਜਿੱਧਰ ਨੂੰ ਚੇਂਜ ਇਨ ਵੈਲੋਸਿਟੀ ਡਾਇਰੈਕਸ਼ਨ ਹੈ। Yes sir. ਆ ਵੈਲੋਸਿਟੀ ਡਾਇਰੈਕਸ਼ਨ ਜੇ ਤੁਸੀਂ ਦੇਖੋ ਤਾਂ ਬੇਸਿਕਲੀ ਆ ਇਧਰ ਦੇਖੋ, ਉਹ ਟੁਵਾਰਡਸ ਸੈਂਟਰ ਹੈ ਹਮੇਸ਼ਾ, ਮਤਲਬ ਕੋਈ ਚੀਜ਼ ਹੈ ਜੋ ਉਹਨੂੰ ਟੁਵਾਰਡ ਸੈਂਟਰ ਐਕਸਲਰੇਟ ਕਰ ਰਹੀ ਹੈ, ਤੇ ਉਸੇ ਕਰਕੇ ਉਹਦੀ ਵੈਲੋਸਿਟੀ ਜਦੋਂ ਇੱਧਰ ਜਾਂਦੀ ਹੈ ਤਾਂ ਇਹ ਫਿਰ ਟੁਵਾਰਡ ਸੈਂਟਰ, फिर इधर जाती है फिर टुवार्ड सेंटर, फिर इधर जाती है फिर टुवार्ड सेंटर, फिर इधर जाती है फिर टुवार्ड सेंटर, फिर इधर मुड़ जाती है फिर टुवार्ड सेंटर। और टुवार्ड सेंटर ना खिंचे तो इन्हें ऐ चले जाना अगे, इधर छड़ दो तो ऐ चले जाना इधर, इधर छड़ दो तो ऐ चले जाना इधर, पर जाता नहीं क्योंकि नाल टुवार्ड सेंटर खिंचण वाला एक फोर्स या एक एक्सेलरेशन लग रही होंगी है टुवार्ड सेंटर, एंड दैट इज कॉल्ड सेंट्रीपिटल। दैट्स व्हाई सेंट्रीपिटल, सेंटर नु सेंटर वाला अट्रैक्टेड, सो सेंट्रीपिटल इसे बोलते हैं, इन्हें बोलते हैं सेंट्रीपिटल एक्सेलरेशन AC कह सकते हैं। ये v स्क्वायर ओवर r के बराबर होती है। ये कई जगह इस तरह के मोशंस लगती है, जिवें कि जदों सन दे अराउंड अर्थ रिवॉल्व करती है तो अर्थ नूं भी सन जो खिंचदा है एक तरह की सेंट्रीपिटल एक्सेलरेशन होती है जो अर्थ नूं महसूस होती है, इसलिए अर्थ की वेलोसिटी इधर नूं है तो फिर सन फिर खिंचदा है अपने वाले इधर, लगातार खिंच रहा ना, थोड़े बहुत मोमेंट बाद फिर अर्थ की वेलोसिटी थोड़ी इधर नूं आ जाती है, फिर खिंच रहा है तो फिर इधर नूं आ जाती है, फिर खिंच रहा है फिर इधर नूं आ जाती है। किसी मोमेंट ते मान लो सन नूं गायब कर दो तुसीं कि सर ओनू अर्थ नूं मान लो अर्थ इधर नूं होगी वेलोसिटी ते सन इहनूं जिहड़ा अट्रैक्ट करे अट्रैक्शन खत्म कर दी है ही नहीं अट्रैक्शन, तो अर्थ नूं कोई कारण नहीं है कि अर्थ इधर नूं बेंड करे, अर्थ वे की करेगी इधर चल जाएगी बस। जदों न्यूक्लियस हुंदा है, न्यूक्लियस प्रोटॉन होंदे ने, प्रोटॉन एंड न्यूट्रॉन होंदे ने ते बाहर इलेक्ट्रॉन होंदे ने। तुहानूं पता इलेक्ट्रॉन नेगेटिवली चार्ज होंदे ने ते इलेक्ट्रॉन दे विच इलेक्ट्रॉन नूं न्यूक्लियस की करदा है अट्रैक्ट, Yes sir. अट्रैक्ट करदा है। इलेक्ट्रॉन दी वेलोसिटी जिहड़ी नहीं सर्कुलर मोशन च बनदी हुंदी है इधर नूं, ਉਹ ਫਿਰ ਅਟਰੈਕਟ ਕਰਦਾ ਹੈ, वेलोसिटी चेंज हो जाती है, ਉਹ ਫਿਰ अट्रैक्ट करदा है, हटदा नहीं ਉਹ अट्रैक्ट ਕਰਨ ਤੋਂ, ਫਿਰ अट्रैक्ट करदा है, फिर अट्रैक्ट करदा है, फिर इधर हो जांदा फिर अट्रैक्ट करदा है। मतलब लगातार टुवार्ड सेंटर जिहड़ा
ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਹੁੰਦਾ ਹੈ ਨਿਊਕਲੀਅਸ ਦਾ, ਉਹੀ ਇਲੈਕਟ੍ਰੋਨ ਨੂੰ ਰਿਵੋਲਵ ਕਰਾਈ ਰੱਖਦਾ ਹੈ, ਨਾ ਤਾਂ ਉਹ ਬਾਹਰ ਜਾਣ ਦਿੰਦਾ ਹੈ ਨਾ ਅੰਦਰ ਆਉਣ ਦਿੰਦਾ। ਅੰਦਰ ਕਿਉਂ ਨਹੀਂ ਆਉਂਦਾ? ਕਿਉਂਕਿ ਇਲੈਕਟ੍ਰੋਨ ਦੀ ਪਹਿਲਾਂ ਤਾਂ ਜਿਹੜੀ ਵੈਲੋਸਿਟੀ ਹੈਗੀ ਉਹ ਉਹਨੂੰ ਅੰਦਰ ਨਹੀਂ ਆਉਣ ਦਿੰਦੀ, ਕਿਉਂਕਿ ਉਹ ਇਸ ਫੋਰਸ ਦੇ ਕਰਕੇ ਸਿੱਧਾ ਇੱਥੇ ਥੋੜੀ ਆਊਗਾ। ਜੇ ਇਲੈਕਟ੍ਰੋਨ ਦੀ ਆਹ ਵੈਲੋਸਿਟੀ ਖਤਮ ਕਰ ਦੋ ਫੇਰ ਆ ਕੇ ਵੱਜੂਗਾ। ਜਿਵੇਂ ਜੇ ਅਰਥ ਨੂੰ ਸਟਾਪ ਕਰ ਦਈਏ ਇੱਥੋਂ ਨਾ ਜਾਵੇ, ਅਰਥ ਰੁਕ ਗਈ ਤਾਂ ਆ ਫੋਰਸ ਲੱਗ ਰਿਹਾ, ਚੁੱਪ ਕਰਕੇ ਅਰਥ ਆ ਕੇ ਵੱਜੂਗੀ ਸਮਝ। ਇਸੇ ਲਈ ਮੂਨ ਅਰਥ ਦੇ ਅਰਾਊਂਡ ਰਿਵੋਲਵ ਕਰਦਾ ਹੈ, ਆ ਕੇ ਵੱਜਦਾ ਨਹੀਂ ਉਹ 'ਚ। ਇਸੇ ਲਈ ਸਨ ਜਿਹੜਾ ਹੈਗਾ ਆਪਣਾ ਗੈਲੈਕਸੀ ਦੇ ਵਿੱਚ ਪਤਾ ਨਹੀਂ ਕਿਹੜੇ ਉਹਦੇ ਸੈਂਟਰ ਦੇ ਅਰਾਊਂਡ ਰਿਵੋਲਵ ਕਰਦਾ ਹੋਣਾ। ਇਸ ਤਰ੍ਹਾਂ ਹੀ ਆਪਣੀ ਪਲੈਨਟਸ ਦੇ ਅਰਾਊਂਡ ਸੈਟੇਲਾਈਟਸ ਰਿਵੋਲਵ ਕਰਦੇ ਆ, ਆਰਟੀਫੀਸ਼ੀਅਲ ਵੀ ਤੇ ਆਪਣਾ ਮੂਨ ਵੀ। ਇਸੇ ਲਈ ਇਲੈਕਟ੍ਰੋਨਸ ਪ੍ਰੋਟੋਨ ਦੇ ਅਰਾਊਂਡ ਨਿਊਕਲੀਅਸ ਅਰਾਊਂਡ ਰਿਵੋਲਵ ਕਰਦੇ ਆ, ਐਂਡ ਐਵਰੀਥਿੰਗ ਲਾਈਕ ਦਿਸ ਜੋ ਵੀ ਚੱਲਦਾ ਹੈ ਉਹ ਸਾਰਾ ਸੈਂਟਰੀਪੀਟਲ ਫੋਰਸ ਦੇ ਕਰਕੇ ਚੱਲਦਾ ਹੈ। ਇਹਦੀ ਡਿਟੇਲ ਥੋੜਾ ਜਿਹਾ ਜਾਵਾਂਗੇ ਆਪਾਂ, ਫਿਲਹਾਲ ਇਹਨਾਂ ਕਾਫੀ ਹੈ। ਤੇ ਇੱਕ ਮੈਨੂੰ ਬਹੁਤ ਜ਼ਰੂਰੀ ਗੱਲ ਤੁਹਾਡੇ ਨਾਲ ਕਰਨੀ ਹੈ, ਕਿਉਂਕਿ ਆਪਣਾ ਜਿਹੜਾ ਇਹਦੇ ਕਰਕੇ ਨਾ ਥੋੜਾ ਸੈੱਟ ਕਰਨਾ ਪੈਣਾ ਮੈਨੂੰ ਸਿਸਟਮ।